ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਸਤਿਗੁਰ ਮਮ ਬੇਰੀ ਕਟਹੁ, ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ, ਬਿਨ ਬੇਰੀ ਕਰ ਪਾਰ। ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਏਕੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਦਿਜ ਗਮਨਿਓ ਦਿੱਲੀ ਦਿਸ਼ਾ, ਸਨੈ ਸਨੈ ਜਗਮਗ ਜਾਏ। ਪਹੁੰਚੇ ਚੰਦੂ ਕੇ ਸਦਨ, ਆਸ਼ਿਕ ਦਈ ਵਧਾਏ। ਦਿਜ ਗਮਨਿਓ ਦਿੱਲੀ ਦਿਸ਼ਾ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ ਧੰਨ ਸਤਿਗੁਰੂ ਜੀ, ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਪਿਆਰ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਆਪ ਜੀ ਸਰਵਣ ਕਰ ਰਹੇ ਹਾਂ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਬਹੁਤੇ ਵੱਡੇ ਪਰਉਪਕਾਰੀ, ਬੜੇ ਵੱਡੇ ਦਿਆਲੂ, ਕਿਰਪਾਲੂ, ਮਿਹਰਬਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸੁਭਾਏਮਾਨ ਹਨ। ਪਿਛਲੇ ਦਿਨੀ ਆਪ ਜੀ ਨੇ ਸਰਵਣ ਕੀਤਾ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਚੰਦੂ ਦੇ ਦੁਆਰਾ ਬ੍ਰਾਹਮਣ ਤੇ ਨਾਈ ਭੇਜੇ ਹੋਏ ਪਹੁੰਚੇ ਜੀ। ਅਸਲ ਵਿੱਚ ਚੰਦੂ ਨੇ ਤਿੰਨ ਗੱਲਾਂ ਕਹੀਆਂ ਸੀ, ਕੁੱਲ ਹੋਵੇ, ਧਨ ਹੋਵੇ, ਮਾਇਆ ਹੋਵੇ। ਜਿੱਥੇ ਇਹ ਸਭ ਕੁਝ ਹੋਏਗਾ ਉੱਥੇ ਰਿਸ਼ਤਾ ਜੋੜ ਕੇ ਆਉਣਾ ਹੈ। ਇਹ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਸੀ ਮਿਲਦੀਆਂ। ਜਦੋਂ ਲਾਹੌਰ ਦੇ ਵਿੱਚ ਉਹ ਪਹੁੰਚੇ, ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਘਰ ਵਿੱਚ ਇਹ ਸਭ ਕੁਝ ਹੈਗਾ ਜੀ। ਅੰਮ੍ਰਿਤਸਰ ਆਏ, ਹਰਿਮੰਦਰ ਸਾਹਿਬ, ਸੋਹਣਾ ਹਰਿਮੰਦਰ ਸਾਹਿਬ ਵੇਖਿਆ, ਨਿਹਾਲ ਹੀ ਹੋ ਗਏ ਜੀ। ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ, ਹੋਰ ਨਿਹਾਲ ਹੋ ਗਏ ਜੀ। ਅਤੇ ਕਿਉਂਕਿ ਉਹ ਰਿਸ਼ਤਾ ਜੋੜਨ ਦੇ ਸੰਬੰਧ 'ਚ ਆਏ ਸੀਗੇ, ਜਦੋਂ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਲ ਸਰੂਪ ਦੇ ਦਰਸ਼ਨ ਕੀਤੇ, ਹੋਰ ਨਿਹਾਲ ਹੋ ਗਏ ਜੀ ਉਹ ਜੀ। ਉਹਨਾਂ ਵੇਖਿਆ ਗੁਰੂ ਘਰ ਵਿੱਚ ਸਾਰਾ ਕੁਝ ਹੀ ਹੈਗਾ ਹੈ, ਜੋ ਸਾਨੂੰ ਚਾਹੀਦਾ ਹੈ ਉਹ ਸਾਰਾ ਕੁਝ ਗੁਰੂ ਘਰ ਵਿੱਚ ਹੈ। ਇਸ ਕਰਕੇ ਅਸੀਂ ਰਿਸ਼ਤਾ ਇੱਥੇ ਜੋੜ ਦਈਏ ਜੀ। ਤੁਸੀਂ ਮਹਾਰਾਜ ਦੀ ਖੂਬਸੂਰਤੀ ਬਾਰੇ ਵਰਣਨ ਸੁਣਿਆ ਸੀਗਾ। ਗੁਰੂ ਹਰਗੋਬਿੰਦ ਸਾਹਿਬ ਕਿੱਡੇ ਸੋਹਣੇ ਸਨ ਜੀ। ਸਨ ਕੀ ਹੁਣ ਵੀ ਹਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤਾ ਹੀ ਸੋਹਣਾ ਸਰੂਪ ਸੱਚੇ ਪਾਤਸ਼ਾਹ ਜੀ ਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਦਰਸ਼ਨ ਕੀਤੇ ਆ। ਉਹਨਾਂ ਫਿਰ ਬ੍ਰਾਹਮਣ ਨੇ ਤੇ ਨਾਈ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਚੰਦੂ ਨੇ ਭੇਜਿਆ ਸੀ ਕਿ ਲੱਭੋ
ਜਿੱਥੇ ਮੇਰੀ ਬੱਚੀ ਦਾ ਰਿਸ਼ਤਾ ਹੋ ਸਕੇ ਇਹੋ ਜਿਹੀ ਥਾਂ ਲੱਭੋ। ਮਹਾਰਾਜ ਸਾਨੂੰ ਤੁਹਾਡੇ ਘਰ ਵਿੱਚ ਆ ਕੇ ਉਹ ਥਾਂ ਲੱਭ ਗਈ ਹੈ। ਮਹਾਰਾਜ ਅਸੀਂ ਤੁਹਾਡੇ ਪੁੱਤਰ ਦਾ ਰਿਸ਼ਤਾ ਕਰਨਾ ਚਾਹੁੰਦੇ ਹਾਂ। ਮਹਾਰਾਜ ਨੇ ਬਚਨ ਉਦੋਂ ਹੀ ਕਰ ਦਿੱਤਾ ਸੀ ਜੋ ਰੱਬ ਨੂੰ ਭਾਉਂਦਾ, ਮਹਾਰਾਜ ਕਹਿੰਦੇ ਉਹ ਹੋਣਾ ਹੈ ਜੀ। ਸਤਿਗੁਰੂ ਜੀ ਨੇ ਉਦੋਂ ਹੀ ਬਚਨ ਕਰ ਦਿੱਤਾ ਸੀਗਾ। ਹੁਣ ਅੱਗੇ ਕਥਾ ਜਿਹੜੀ ਹੈ ਉਹ ਆਪਾਂ ਸਰਵਣ ਕਰਨੀ ਹੈ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਦਿਜ ਗਮਨਿਓ ਦਿੱਲੀ ਦਿਸ਼ਾ ਸਨੈ ਸਨੈ ਮਗ ਜਾਏ। ਚੰਦੂ ਕਿਉਂਕਿ ਉਸ ਸਮੇਂ ਦਿੱਲੀ ਰਹਿੰਦਾ ਸੀਗਾ ਜੀ। ਬ੍ਰਾਹਮਣ ਜਿਹੜਾ ਸੀ ਉਹ ਆਪਣੇ ਵੱਲੋਂ ਰਿਸ਼ਤਾ ਜੋੜ ਕੇ ਦਿੱਲੀ ਗਿਆ ਜੀ। ਦਿੱਲੀ ਜੀ ਸਹਿਜੇ ਸਹਿਜੇ ਦਿੱਲੀ ਪਹੁੰਚ ਗਿਆ। ਅੰਮ੍ਰਿਤਸਰ ਤੋਂ ਦਿੱਲੀ ਜਾਂਦਿਆਂ ਵੀ ਸਮਾਂ ਲੱਗਣਾ ਸੀਗਾ ਜੀ। ਹਾਂਜੀ। ਪਹੁੰਚੇ ਚੰਦੂ ਕੇ ਸਦਨ ਆਸ਼ਿਕ ਦਈ ਵਧਾਏ। ਦਿੱਲੀ ਜਾ ਕੇ ਬ੍ਰਾਹਮਣ ਚੰਦੂ ਦੇ ਘਰ ਗਿਆ ਜੀ। ਬੜਾ ਵੱਡਾ ਸਰਮਾਏਦਾਰ ਬੰਦਾ ਸੀਗਾ ਜੀ। ਤੇ ਚੰਦੂ ਨੂੰ ਬ੍ਰਾਹਮਣ ਨੇ ਬੜੇ ਆਸ਼ੀਰਵਾਦ ਦਿੱਤੇ ਜੀ। ਹਾਂਜੀ। ਸਵਈਆ ਛੰਦ ਬੈਠ ਸਮੀਪ ਸੁਨਾਵਨ ਕੀਨਸ ਵਿਚਰੇ ਜਹ ਕਹਿ ਪੁਰ ਸਮੁਦਾਏ। ਹੁਣ ਬ੍ਰਾਹਮਣ ਗੱਲਾਂ 'ਚ ਬੜਾ ਟ੍ਰੇਨਡ ਸੀਗਾ ਜੀ। ਉਹਨੇ ਗੱਲ ਸ਼ੁਰੂ ਕੀਤੀ। ਕਹਿਣ ਲੱਗਾ ਚੰਦੂ ਸ਼ਾਹ ਜੀ ਬੜੀਆਂ ਥਾਵਾਂ ਤੇ ਵਿਚਰੇ। ਕਹਿਣ ਲੱਗਾ ਕੋਲ ਬੈਠ ਕੇ ਕਹਿਣ ਲੱਗਾ ਥਾਂ ਥਾਂ 'ਚ ਨਗਰਾਂ ਦੇ ਵਿੱਚ ਗਏ ਅਸੀਂ। ਹਾਂਜੀ। ਨਹਿ ਪਾਇਓ ਸੰਬੰਧ ਕਿਸੀ ਥਲ ਲਾਪੁਰ ਤੇ ਸੁਧ ਕੋ ਪੁੰਨ ਪਾਏ। ਅਸੀਂ ਕਿਸੇ ਵੀ ਥਾਂ ਤੋਂ ਤੁਹਾਡੇ ਵਰਗਾ ਕਿਤੇ ਰਿਸ਼ਤਾ ਸਾਨੂੰ ਲੱਭਿਆ ਨਹੀਂ। ਕਹਿਣ ਲੱਗੇ ਤੁਹਾਡੇ ਬਰਾਬਰ ਦਾ ਜੀ। ਬੜੀਆਂ ਥਾਵਾਂ ਤੇ ਗਏ, ਬਹੁਤ ਥਾਵਾਂ ਦੇ ਉੱਤੇ ਗਏ। ਫਿਰ ਅਸੀਂ ਚਲਦਿਆਂ ਲਾਹੌਰ ਪਹੁੰਚੇ। ਕਹਿਣ ਲੱਗਾ ਲਾਹੌਰ ਵਿੱਚ ਜਾ ਕੇ ਸਾਡੇ ਕੰਨਾਂ 'ਚ ਖਬਰ ਪਈ ਵਿਖਿਓ ਪਹੁੰਚ ਕੇ ਭਲੋ ਠਿਕਾਨੋ ਸੋਢੀ ਬੰਸ ਬਿਦਤ ਸਭ ਥਾਏ। ਸਾਨੂੰ ਖਬਰ ਗੁਰੂ ਘਰ ਦੀ ਪਈ। ਕਹਿਣ ਲੱਗੇ ਅਸੀਂ ਫਿਰ ਅੰਮ੍ਰਿਤਸਰ ਗਏ ਜਿੱਥੇ ਸੋਢੀ ਰਹਿੰਦੇ ਨੇ। ਕਹਿਣ ਲੱਗੇ ਹਾਂਜੀ। ਸ੍ਰੀ ਰਘੁਬਰ ਕੀ ਕੁਲ ਅਕਲੰਕ ਸੋ ਜਗਤ ਪੂਜਿਓ ਅਬ ਗੁਰ ਸੁਖ ਦਾਏ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਜੀ ਖੱਤਰੀ ਹਨ, ਸੋਢੀ ਹਨ ਤੇ ਕੁੱਲ ਬੜੀ ਵਧੀਆ। ਫਿਰ ਪੜੋ ਸ੍ਰੀ ਰਘੁਬਰ ਕੀ ਕੁਲ ਅਕਲੰਕ ਸੋ ਜਗਤ ਪੂਜਿਓ ਅਬ ਗੁਰ ਸੁਖ ਦਾਏ। ਤੇ ਜਿਹੜੀ ਇਹ ਕੁੱਲ ਹੈ ਸੋਢੀ ਵੰਸ਼ ਹੈ। ਕਹਿਣ ਲੱਗੇ ਇਹ ਰਘੁਬਰ ਰਾਮ ਜੀ ਦੀ ਕੁੱਲ ਚੱਲੀ ਆ ਰਹੀ ਹੈ। ਕਈਆਂ ਨੂੰ ਇਸ ਗੱਲ ਤੋਂ ਥੋੜੀ ਜਿਹੀ ਤੰਗੀ ਹੋ ਜਾਂਦੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ ਗੁਰੂ ਸਾਹਿਬ ਇਸ ਕਰਕੇ ਨਹੀਂ ਮਹਾਨ ਵੀ ਕੁੱਲ ਰਾਮ ਜੀ ਦੀ ਹੈ। ਗੁਰੂ ਸਾਹਿਬ ਇਸ ਕਰਕੇ ਮਹਾਨ ਨੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬੈਠੇ ਨੇ ਜੀ। ਹਾਂਜੀ। ਸੋਢੀ ਨੇ ਜੀ ਉਹ। ਤੇ ਇੱਕ ਉਸ ਕੁੱਲ ਚੋਂ ਬੇਦੀ ਚੱਲੇ, ਇੱਕ ਸੋਢੀ ਚੱਲੇ ਜੀ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਜਦੋਂ ਆਪਾਂ ਪੜ੍ਹਦੇ ਆ ਨਾ ਉਹਦੇ ਵਿੱਚ ਸਾਰੀ ਗੱਲ ਆਉਂਦੀ ਹੈ ਜੀ। ਜਿਨੇ ਵੇਦ ਪਠਿਓ ਸੇ ਬੇਦੀ ਕਹਾਇਓ। ਹਾਂਜੀ। ਲਵ ਤੇ ਕੁਸ਼ ਤੋਂ ਕੁੱਲ ਚੱਲਦੀ ਹੈ ਜੀ। ਹਾਂਜੀ। ਉਸ ਸਮੇਂ ਇਹੋ ਹੀ ਸਤਿਕਾਰਯੋਗ ਪੂਜਨੀਕ ਸਨ। ਇਹਨਾਂ ਦੀਆਂ ਕੁੱਲਾਂ ਚੱਲੀਆਂ ਸੀਗੀਆਂ ਜੀ। ਦਸਮ ਗ੍ਰੰਥ ਸਾਹਿਬ ਵਿੱਚ ਸਾਰੀ ਗੱਲ ਦਰਜ ਹੈ ਜੀ। ਹਾਂਜੀ। ਤੇ ਲਵ ਵਾਲੇ ਲਾਹੌਰ ਵਾਸੀ ਬਣ ਗਏ ਜੀ। ਲਵ ਕੁੱਲ ਤੋਂ ਲਾਹੌਰ ਵਸਦਾ ਤੇ ਕੁਸ਼ ਤੋਂ ਕਸੂਰ ਵਸਦਾ ਹੈ ਜੀ। ਕਸੂਰ ਸ਼ਹਿਰ ਦਾ ਨਾਮ ਹੈ ਜੀ। ਹਾਂਜੀ। ਤੇ ਉਹਨਾਂ ਵਿੱਚ ਹੀ ਇਹ ਸੋਢੀ ਆਉਂਦੇ ਆ ਜੀ। ਸੋ ਦੱਸਦੇ ਕਹਿਣ ਲੱਗੇ ਇਹਨਾਂ ਦੀ ਕੁੱਲ ਤੇ ਪੁਰਾਣੀ ਹੈ, ਬੜੀ ਪੁਰਾਣੀ ਕੁੱਲ ਹੈ। ਫਿਰ ਉਹਨਾਂ ਦੇ ਖਾਨਦਾਨ ਉੱਤੇ ਕੋਈ ਕਲੰਕ ਨਹੀਂ ਹੈਗਾ। ਬ੍ਰਾਹਮਣ ਦੱਸ ਰਿਹਾ ਕਿਸੇ ਤਰੀਕੇ ਦਾ ਕੋਈ ਧੱਬਾ ਕਲੰਕ ਨਹੀਂ ਹੈਗਾ। ਹਾਂਜੀ।
ਕੁਲ ਆਛੀ ਧਨ ਗਨ ਬਰ ਸੁੰਦਰ, ਤੋਹੇ ਕਹਿਓ ਜਸ ਦੇਖਿਓ ਜਾਏ। ਜਿਸ ਤਰ੍ਹਾਂ ਚੰਦੂ ਜੀ ਸਾਨੂੰ ਤੁਸੀਂ ਕਿਹਾ ਸੀ ਨਾ, ਚੰਗੀ ਕੁੱਲ ਹੋਵੇ, ਮਾਇਆ ਹੋਵੇ, ਅਸੀਂ ਤੁਹਾਡੇ ਕਹੇ ਅਨੁਸਾਰ ਸਾਰਾ ਕੁਝ ਵੇਖ ਕੇ ਆਏ ਉੱਥੇ। ਹਾਂਜੀ। ਤਬ ਤਨੁ ਜਾ ਕੇ ਭਾਗ ਬੜੇ ਲਖ, ਬਨਹਿ ਪੂਜਹਿ ਜਗ ਮਾਤ ਕਹਾਏ। ਤੇ ਹੋਰ ਸੁਣੋ, ਗੁਰੂ ਅਰਜਨ ਦੇਵ ਜੀ ਦਾ ਪੁੱਤਰ ਤੇ ਬਹੁਤਾ ਹੀ ਸੋਹਣਾ ਕਹਿਣ ਲੱਗੇ। ਉੱਥੇ ਕੁੱਲ ਵੀ ਚੰਗੀ, ਫਿਰ ਮਾਇਆ ਵੀ ਬਹੁਤ ਹੈ, ਪੁੱਤਰ ਵੀ ਬਹੁਤ ਸੋਹਣਾ ਹੈ, ਜਿਹਦੇ ਨਾਲ ਰਿਸ਼ਤਾ ਜੋੜ ਕੇ ਆਏ ਆ। ਚੰਦੂ ਸ਼ਾਹ ਜੀ, ਤੁਹਾਡੀ ਧੀ ਦੇ ਭਾਗ ਚੰਗੇ ਨੇ, ਉਹਨੇ ਜਗਤ ਮਾਤਾ ਬਣਨਾ ਹੈ, ਜਗਤ ਮਾਤਾ। ਹਾਂਜੀ। ਸੋ ਘਰ ਊਨ ਨਾ ਕਿਸਹੂ ਬਿਦਕਾਰ, ਹਮ ਤੋਂ ਹਿਰ ਰਹੇ ਹਰ ਖਾਏ। ਕਹਿਣ ਲੱਗੇ ਅਸੀਂ ਤੇ ਵੇਖ ਕੇ ਹੈਰਾਨ ਹੋ ਗਏ ਆ, ਉਸ ਘਰ ਵਿੱਚ ਕਮੀ ਕੋਈ ਨਹੀਂ ਹੈਗੀ ਕਹਿਣ ਲੱਗੇ। ਤੇ ਮੈਂ ਫਿਰ ਬੇਨਤੀ ਕਰਾਂ, ਮੈਂ ਸਵੇਰ ਦੇ ਦੀਵਾਨ 'ਚ ਵੀ ਬੇਨਤੀ ਕੀਤੀ ਸੀ, ਠੀਕ ਹੈ ਉਹ ਰਿਸ਼ਤਾ ਜੋੜਨ ਦੇ ਸੰਬੰਧ ਵਿੱਚ ਆਏ ਸਨ, ਉਹਨਾਂ ਨੇ ਉਸ ਹਿਸਾਬ ਨਾਲ, ਉਹਨਾਂ ਦੀ ਦ੍ਰਿਸ਼ਟੀ ਉਹ ਸੀਗੀ, ਉਹਨਾਂ ਉਸ ਦ੍ਰਿਸ਼ਟੀ ਨਾਲ ਵੇਖਿਆ ਇੱਥੇ ਕਿਸੇ ਗੱਲ ਦੀ ਕਮੀ ਨਹੀਂ। ਪਰ ਬਿਲਕੁਲ ਸੱਚ 'ਤੇ ਸਾਧ ਸੰਗਤ ਦੀ ਇਸ ਘਰ ਵਿੱਚ ਸਭ ਕੁਝ ਹੈ, ਕਿਸੇ ਗੱਲ ਦੀ ਵੀ ਕਮੀ ਨਹੀਂ ਹੈ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਆ, ਦੁਰਲਭੰ ਏਕ ਭਗਵਾਨ ਨਾਮ ਹੈ, ਸਭ ਤੋਂ ਵੱਧ ਕੀਮਤੀ ਇਸ ਸੰਸਾਰ 'ਚ ਵਾਹਿਗੁਰੂ ਜੀ ਦਾ ਨਾਮ ਹੈ। ਸੰਗਤ ਦੀ ਉਹ ਇੱਥੇ ਪ੍ਰਾਪਤ ਹੁੰਦਾ ਹੈ ਜੀ। ਕਹਿਣ ਲੱਗੇ ਅਸੀਂ ਤੇ ਵੇਖ ਕੇ ਹੀ ਖੁਸ਼ ਹੋ ਗਏ, ਉੱਥੇ ਤੇ ਸਭ ਕੁਝ ਹੀ ਹੈਗਾ ਕਹਿਣ ਲੱਗੇ। ਹਾਂਜੀ। ਇਤ ਤੂੰ ਬੜੋ ਦੀਵਾਨ ਸ਼ਾਹ, ਕੋ ਉਤ ਜਗ ਗੁਰ ਜਿਮ ਚਾਹੈ ਬਨਾਏ। ਇੱਧਰ ਤੁਸੀਂ ਬਾਦਸ਼ਾਹ ਦੇ ਦੀਵਾਨ ਹੋ, ਉਧਰ ਉਹ ਜਗਤ ਗੁਰੂ ਨੇ, ਦੋਵੇਂ ਘਰਾਣੇ ਵੱਡੇ ਨੇ। ਹਾਂਜੀ। ਤਿਨ ਬਿਨ ਅਪਰ ਖੋਜ ਹਮ ਥਾਕੇ, ਨਹਿ ਪਾਏ ਉਹ ਵਿਚਰੇ ਬਹੁ ਦੇਸ਼। ਬਸ ਫਿਰ ਉਸ ਘਰ ਤੋਂ ਬਗੈਰ ਤੁਹਾਡੇ ਬਰਾਬਰ ਦਾ ਹੋਰ ਕੋਈ ਘਰ ਨਹੀਂ ਵਿਖਿਆ। ਗੱਜ ਕੇ ਆਖੋ ਵਾਹਿਗੁਰੂ। ਜਿਹੋ ਜਿਹਾ ਤੁਸੀਂ ਕਿਹਾ ਸੀ, ਪਰ ਮੈਂ ਇੱਥੇ ਬ੍ਰਾਹਮਣਾਂ ਦੀ ਵੀ ਭੁੱਲ ਸਮਝਦਾ। ਉਸ ਬ੍ਰਾਹਮਣ ਦੀ ਵੀ, ਚੰਦੂ ਦਾ ਘਰ ਗੁਰੂ ਦੇ ਘਰ ਦੇ ਬਰਾਬਰ ਨਹੀਂ ਹੈਗਾ ਜੀ। ਗੁਰੂ ਦਾ ਘਰ ਤੇ ਬਹੁਤ ਵੱਡਾ ਹੈ ਜੀ, ਚੰਦੂ ਤੇ ਮਾੜੂ ਜਾ ਵੀ ਨਹੀਂ ਹੈਗਾ ਗੁਰੂ ਘਰ ਦੇ ਅੱਗੇ ਜੀ। ਹਾਂਜੀ। ਸ਼੍ਰੀ ਨਾਨਕ ਗਾਦੀ ਪਰ ਥਿਤ ਹੈ, ਸ਼੍ਰੀ ਅਰਜਨ ਗੁਰ ਨਾਮ ਕਹੇ। ਹੁਣ ਨਾਮ ਦੱਸਦੇ ਆ, ਕਹਿਣ ਲੱਗੇ ਹੁਣ ਸੁਣੋ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਹੈ, ਤੇ ਗੁਰੂ ਅਰਜਨ ਦੇਵ ਜੀ ਉਹਨਾਂ ਦਾ ਨਾਮ ਹੈ ਕਹਿਣ ਲੱਗੇ। ਹਾਂਜੀ। ਮਹਾ ਪ੍ਰਤਾਪ ਪੂਜਤੇ ਚਾਹੁ ਦੇਸ਼, ਦਰਬ ਬੇਭੂਖਨ ਚੜ੍ਹੇ ਵਿਸ਼ੇਸ਼। ਬ੍ਰਾਹਮਣ ਕਹਿਣ ਲੱਗਾ, ਚੰਦੂ ਅਸੀਂ ਵੇਖ ਕੇ ਆਏ ਆ, ਬੜਾ ਵੱਡਾ ਪ੍ਰਤਾਪ ਹੀ ਉੱਥੇ, ਉੱਥੇ ਮਾਇਆ ਵੀ ਬੜੀ, ਲੋਕ ਗਹਿਣੇ ਹੀ ਚੜਾਈ ਜਾਂਦੇ ਆ, ਅਸੀਂ ਵੇਖ ਕੇ ਆਏ ਆ, ਬੜਾ ਵੱਡਾ ਪ੍ਰਤਾਪ ਗੁਰੂ ਅਰਜਨ ਦੇਵ ਜੀ ਦਾ। ਜਿੱਥੇ ਚਰਨ ਰੱਖਦੇ ਉੱਥੇ ਲੋਕ ਆਪਣਾ ਸਿਰ ਰੱਖਦੇ ਨੇ। ਹਾਂਜੀ। ਭੀਰ ਹਜ਼ਾਰਨ ਲੋਕਨ ਕੀ ਰਹਿ, ਕਰਹਿ ਨ ਮੋਤਾਰ ਭਾਉ ਅਸ਼ੇਸ਼। ਅਸੀਂ ਵੇਖ ਕੇ ਆਏ, ਉੱਥੇ ਹਜ਼ਾਰਾਂ ਲੋਕਾਂ ਦੀ ਭੀੜ ਹੀ ਰਹਿੰਦੀ ਹੈ, ਇਕੱਠ ਰਹਿੰਦਾ ਹੈ। ਫਿਰ ਕੋਈ ਉਹ ਮਾਇਆ ਵਾਲਿਆਂ ਦਾ ਇਕੱਠ ਨਹੀਂ ਹੈਗਾ। ਕਹਿਣ ਲੱਗੇ ਚੰਦੂ ਸ਼ਾਹ ਜੀ, ਉੱਥੇ ਨਮਸਕਾਰ ਕਰਨ ਵਾਲਿਆਂ ਦਾ ਇਕੱਠ ਹੁੰਦਾ ਹੈ, ਮੱਥਾ ਟੇਕਣ ਵਾਲਿਆਂ ਦਾ ਇਕੱਠ ਹੁੰਦਾ। ਹਜ਼ਾਰਾਂ ਲੋਕ ਸ਼ਰਧਾ ਵਾਲੇ ਆ ਕੇ ਮੱਥਾ ਟੇਕਦੇ ਆ, ਲੈਣ ਨਹੀਂ ਟੁੱਟਦੀ ਕਹਿੰਦੇ। ਹਾਂਜੀ। ਬਰ ਕੀ ਸੂਰਤ ਸੁੰਦਰ ਅਤਸ਼ੈ, ਮਨਹੁ ਕ੍ਰਿਸ਼ਨ ਕੇ ਇਹ ਅਵਤਾਰ। ਗੱਜ ਕੇ ਆਖੋ ਵਾਹਿਗੁਰੂ। ਵਰ ਦੀ ਸੂਰਤ ਵੀ ਬੜੀ ਸੁੰਦਰ ਹੈ, ਜਿਹੜਾ ਤੇਰੀ ਧੀ ਵਾਸਤੇ ਲੜਕਾ ਲੱਭਿਆ ਨਾ, ਗੁਰੂ ਅਰਜਨ ਸਾਹਿਬ ਦਾ ਪੁੱਤਰ। ਕਹਿਣ ਲੱਗਾ ਇੰਨੀ ਸੋਹਣੀ ਸੂਰਤ ਹੈ, ਮਾਨੋ ਸ਼੍ਰੀ ਕ੍ਰਿਸ਼ਨ ਜੀ ਹੋਣ ਕਹਿਣ ਲੱਗੇ। ਕਿਉਂ? ਉਹ ਹੁਣ ਬ੍ਰਾਹਮਣ ਹੈ ਜੀ, ਉਹਨਾਂ ਸ਼੍ਰੀ ਕ੍ਰਿਸ਼ਨ ਜੀ ਦਾ ਤਸਵੀਰ ਵੇਖਿਆ, ਸਰੂਪ ਦੇਖਿਆ, ਵੇਖਿਆ ਬੜੇ ਸੋਹਣੇ ਨੇ, ਉਹਨੇ ਉਹਨਾਂ ਨੇ ਹੀ ਤਸਵੀਰ ਦੇਣੀ ਹੈ। ਕਹਿਣ ਲੱਗਾ ਐਡੇ ਸੋਹਣੇ ਹੈ, ਮਾਨੋ ਕ੍ਰਿਸ਼ਨ ਜੀ ਹੋਣ। ਹਾਂਜੀ। ਅਪਰ ਬਿਖੈ ਦੁੱਤ ਐਸੀ ਹੋਏ ਨਾ, ਜਿਨਹੁ ਹੇਰ ਮੋਹਤ ਨਰ ਨਾਰ। ਕਹਿਣ ਲੱਗੇ ਸੱਚ ਹੈ, ਕੁੱਲ ਦੁਨੀਆ ਵਿੱਚ
ਉਹੋ ਜਿਹਾ ਸੋਹਣਾ ਸਰੂਪ ਕਿਸੇ ਹੋਰ ਦੂਜੇ ਦਾ ਹੈ ਹੀ ਨਹੀਂ, ਕਹਿਣ ਲੱਗੇ। ਅਸੀਂ ਵੇਖਾਂ ਇਹ ਕਹਿਣ ਲੱਗੇ, ਭਾਵੇਂ ਇਸਤਰੀਆਂ ਹੋਣ ਤੇ ਭਾਵੇਂ ਪੁਰਸ਼ ਹੋਣ, ਜਿਹੜਾ ਉਹਨਾਂ ਦਾ ਸਰੂਪ ਵੇਖ ਲੈਂਦਾ ਉਹ ਖੁਸ਼ ਹੀ ਹੋ ਜਾਂਦਾ ਜੀ। ਚਲੋ ਜਿਨ੍ਹਾਂ ਨੇ ਰਿਸ਼ਤਾ ਜੋੜਨਾ ਹੁੰਦਾ, ਜਿਹੜੇ ਵਿਚੋਲੇ ਹੁੰਦੇ ਆ, ਉਹ ਝੂਠੀ ਵੀ ਤਾਰੀਫ ਕਰ ਦਿੰਦੇ ਆ, ਪਰ ਇਹ ਸੱਚੀ ਤਾਰੀਫ ਕਰ ਰਹੇ ਨੇ ਜੀ। ਹਾਂਜੀ। ਦੇਖਤ ਰਹੇ ਖਰੇ ਇੱਕ ਟਕ ਸੋ ਬੰਧਨ ਕਰ ਹੋਵਤ ਬਲਿਹਾਰ। ਕਹਿਣ ਲੱਗੇ ਅਸੀਂ ਜਦੋਂ ਪਹਿਲੀ ਵਾਰੀ ਵੇਖਿਆ, ਵੇਖਦੇ ਹੀ ਰਹਿ ਗਏ ਉਹਨਾਂ ਨੂੰ, ਐਡੇ ਸੋਹਣੇ, ਵੇਖਦੇ ਹੀ ਰਹਿ ਗਏ, ਇੰਨੇ ਜ਼ਿਆਦਾ ਸੋਹਣੇ ਨੇ ਉਹ ਪੁੱਤਰ ਉਹਨਾਂ ਦੇ। ਕਹਿਣ ਲੱਗੇ ਜੀ ਕਰਦਾ ਸੀ ਬਲਿਹਾਰ ਹੀ ਜਾਈਏ ਉਹਨਾਂ ਤੋਂ। ਹਾਂਜੀ। ਬੀਚ ਸਭਾ ਉੱਡ ਗਨ ਮੈਂ ਹੈ ਦੀਪਤ ਚੰਦ ਅਮੰਦ ਬਿਲੰਦ ਉਦਾਰ। ਕਹਿਣ ਲੱਗੇ ਜਿਵੇਂ ਤਾਰੇ ਹੁੰਦੇ ਆ ਤੇ ਤਾਰਿਆਂ 'ਚ ਚੰਦ ਫੱਬਦਾ ਹੈ, ਫੱਬਦਾ ਹੈ, ਉਹਦਾ ਪ੍ਰਕਾਸ਼ ਹੈ, ਉਹ ਫੱਬਦਾ ਹੈ। ਪਰ ਕਹਿਣ ਲੱਗੇ ਸੱਚ ਇਹ ਹੈ, ਚੰਦ ਦੇ ਉੱਤੇ ਵੀ ਧੱਬਾ ਹੈਗਾ ਹੀ। ਗੁਰੂ ਹਰਗੋਬਿੰਦ ਸਾਹਿਬ ਬਾਰੇ ਕਹਿਣ ਲੱਗੇ ਉਹਨਾਂ ਦਾ ਸਰੂਪ ਦੇਖਿਆ, ਉਹਨਾਂ ਦੀ ਸ਼ਖਸੀਅਤ ਵੇਖੀ ਹੈ, ਵੇਖ ਕੇ ਬਲਿਹਾਰ ਜਾਣ ਨੂੰ ਜੀ ਕਰਦਾ ਹੈ। ਹਾਂਜੀ। ਦੋਹਰਾ ਨਵ ਸੰਪਤ ਕੀ ਬੈਸ ਹੈ, ਸਜੇ ਬਿਭੂਖਨ ਬ੍ਰਿੰਦ। ਤੇ ਨਵ ਸੰਮਤ ਕੀ ਬੈਸ ਹੈ, ਉਮਰ ਦੱਸਦੇ ਆ, ਕਹਿੰਦੇ ਇਸ ਸਮੇਂ ਉਹਨਾਂ ਦੀ 9 ਸਾਲ ਦੀ ਉਮਰ ਹੈ। ਤੁਸੀਂ ਵੇਖੋ 9 ਸਾਲਾਂ 'ਚ ਇੰਨੀ ਸੁੰਦਰਤਾ ਹੈ, ਅੱਗੇ ਜਾ ਕੇ ਕਿੰਨੀ ਸੁੰਦਰਤਾ ਵਧੀ ਹੋਏਗੀ ਜੀ। ਤੁਹਾਡੀ ਪੁੱਤਰੀ 7 ਸਾਲ ਦੀ ਹੈ, ਉਹ 9 ਸਾਲ ਦੇ ਨੇ। ਹਾਂਜੀ। ਸੁੰਦਰ ਦੀਹ ਸਰੀਰ ਸਿਸ ਬਰ ਸ਼੍ਰੀ ਹਰਿ ਗੋਬਿੰਦ। ਬੜੇ ਗਹਿਣਿਆਂ ਨਾਲ ਸੱਜੇ ਹੋਏ ਸਨ ਤੇ ਸਰੀਰ ਬੜਾ ਸੋਹਣਾ, ਸੁਡੋਲ ਸਰੀਰ। ਤੇ ਹੋਰ ਸੁਣੋ, ਉਹਨਾਂ ਦਾ ਤੇ ਨਾਮ ਹੀ ਬੜਾ ਸੋਹਣਾ ਹੈ, ਗੱਜ ਕੇ ਆਖੋ ਵਾਹਿਗੁਰੂ। ਲੋਕਾਂ ਦੇ ਕੱਲੇ ਨਾਮ ਹੁੰਦੇ ਗੋਬਿੰਦ, ਉਹਨਾਂ ਦਾ ਤੇ ਨਾਮ ਹਰ ਗੋਬਿੰਦ ਹੈ। ਕਹਿਣ ਲੱਗੇ ਨਾਮ ਵੀ ਬੜਾ ਸੋਹਣਾ ਹੈ। ਹਾਂਜੀ। ਸਵਈਆ ਛੰਦ ਸੁਨ ਦੀਵਾਨ ਜੀ ਭਾਗ, ਆਪਨੇ ਜਗ ਮੋਹ ਸਭ ਤੇ ਧਨ ਨਿਹਾਰ। ਤੇ ਬ੍ਰਾਹਮਣ ਸੱਚ ਸੱਚ ਕਹਿਣ ਲੱਗਾ ਚੰਦੂ ਸ਼ਾਹ ਦੀਵਾਨ, ਇਸ ਜਗਤ ਦੇ ਵਿੱਚ ਸਭ ਨਾਲੋਂ ਵੱਧ ਤੂੰ ਆਪਣੇ ਧਨ ਭਾਗ ਜਾਣ। ਕਹਿਣ ਲੱਗਾ। ਹਾਂਜੀ। ਜਿਸ ਕੋ ਭਇਓ ਜਮਾਤਾ ਐਸੋ ਸੇਵੇ ਹੈ ਮਿਲ ਕੈ ਲੋਕ ਹਜ਼ਾਰ। ਜਿਹਦਾ ਜਵਾਈ ਇੰਨੇ ਭਾਗਾਂ ਵਾਲਾ ਹੋਵੇ, ਇੰਨਾ ਮਹਾਨ ਜਵਾਈ ਬਣੇ, ਹਜ਼ਾਰਾਂ ਲੋਕ ਜਿਨ੍ਹਾਂ ਨੂੰ ਮੱਥਾ ਟੇਕਦੇ ਹੋਣ। ਹਾਂਜੀ। ਸੁਦਾ ਸਰੋਵਰ ਮਹਿਰ ਮੰਦਰ, ਧਨ ਲਗਾਏ ਗਨ ਕੀ ਨਸ ਤਿਆਰ। ਤੇ ਹੋਰ ਸੁਣ ਲਓ, ਉਹਨਾਂ ਦੇ ਘਰ ਬਾਰੇ ਵੀ ਸੁਣ ਲਓ, ਘਰ ਕਿਹੋ ਜਿਹਾ ਹੈ, ਗੱਜ ਕੇ ਆਖੋ ਵਾਹਿਗੁਰੂ। ਕੁੱਲ ਵੀ ਸੁਣ ਲਈ, ਧਨ ਵੀ ਸੁਣ ਲਿਆ, ਬੱਚੇ ਦਾ ਰੂਪ ਰੰਗ ਵੀ ਵੇਖ ਲਿਆ, ਸੁਣ ਲਿਆ। ਹੁਣ ਉਹਨਾਂ ਦੇ ਘਰ ਦੀ ਤਾਰੀਫ ਸੁਣ ਲਓ, ਆਸੇ ਪਾਸੇ ਅੰਮ੍ਰਿਤ ਸਰੋਵਰ ਤੇ ਵਿੱਚ ਘਰ 'ਚ ਉਹਨਾਂ ਦਾ। ਕਹਿਣ ਲੱਗੇ ਇਹੋ ਜਿਹਾ ਘਰ ਚੰਦੂ ਦਾ ਹੋ ਸਕਦਾ ਜੀ? ਚੰਦੂ ਦਾ ਛੱਡ ਕੇ, ਚੰਦੂ ਜਿਹਦਾ ਨੌਕਰ ਹੈਗਾ ਉਹਦਾ ਵੀ ਨਹੀਂ ਹੋ ਸਕਦਾ ਜੀ। ਬੜੀ ਮਾਇਆ ਲੱਗੀ। ਕਹਿਣ ਲੱਗੇ ਹਰ ਮੰਦਰ ਬਣਿਆ। ਹਾਂਜੀ। ਤਿਸ ਮੈਂ ਹੈ ਬੈਠ ਸੁਹਾਵਤ ਨਿਤ ਪ੍ਰਤ, ਚਾਹੁ ਦਿਸ਼ ਕੀ ਸੰਗਤ ਦੇ ਕਾਰ। ਉਹਦੇ ਵਿੱਚ ਬੈਠੇ ਬੜੇ ਫੱਬਦੇ ਨੇ ਜੀ। ਉਹ ਚਾਰੇ ਪਾਸਿਓਂ ਲੋਕ ਆ ਕੇ ਮਾਇਆ ਚੜਾਉਂਦੇ ਆ, ਮੱਥਾ ਟੇਕਦੇ ਆ, ਆਪਣਾ ਸੁੱਖ ਮੰਗਦੇ ਆ। ਹਾਂਜੀ। ਚੰਦੂ ਸੁਨਤ ਅਨਖ ਕੋ ਕਰ ਕੈ, ਦਰਬ ਜਾਤ ਕੋ ਉਰਹੰਕਾਰ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਹੁਣ ਗੱਜ ਕੇ ਆਖੋ ਵਾਹਿਗੁਰੂ। ਫੇਰ ਆਖੋ। ਚੇਤਾ ਰੱਖਿਓ, ਬੰਦੇ ਦੀ ਮੱਤ ਤੇ ਪੜਦਾ ਪਿਆ ਹੋਵੇ ਨਾ, ਉਹਨੂੰ ਚੰਗੀ ਗੱਲ ਸਮਝ ਨਹੀਂ ਆਉਂਦੀ ਜੀ। ਬ੍ਰਾਹਮਣ ਨੇ ਕਿੰਨੀ ਤਾਰੀਫ ਕੀਤੀ ਜੀ। ਹਾਂਜੀ। ਝੂਠੀ ਤਾਰੀਫ ਵੀ ਨਹੀਂ ਕੀਤੀ, ਤਾਰੀਫ ਵੀ ਉਹਨੇ ਸੱਚੀ ਕੀਤੀ ਜੀ। ਹਾਂਜੀ। ਹੋ ਸਕਦਾ, ਹੋ ਕੀ ਸਕਦਾ, ਹੈ ਵੀ ਹੈ। ਗੁਰੂ ਘਰ ਦੀ ਜਿੰਨੀ ਵੱਡੀ ਤਾਰੀਫ ਹੈ ਉਹ ਕਰ ਨਹੀਂ ਸਕਿਆ ਉਹਨੇ ਜੀ, ਬੜੀ ਥੋੜੀ ਕੀਤੀ ਹੈ। ਪਰ ਆਪਣੇ ਵੱਲੋਂ ਉਹਨੇ ਫੁੱਲ ਜ਼ੋਰ ਲਾਇਆ ਜੀ, ਆਪਣੇ ਵੱਲੋਂ ਉਹਨੇ ਪੂਰਾ ਜ਼ੋਰ ਲਾ ਕੇ ਤਾਰੀਫ ਕੀਤੀ ਜੀ। ਤੇ ਹੁਣ ਸੁਣੋ, ਚੰਦੂ ਦੇ ਭਾਗ ਨਹੀਂ ਚੰਗੇ ਜੀ। ਚੰਦੂ ਹੰਕਾਰੀ, ਤੁਸੀਂ ਪਰਸੋਂ ਦੀ ਕਥਾ 'ਚ ਸੁਣਿਆ ਸੀ ਨਾ,
ਕਿਸੇ ਸੰਤ ਮਹਾਂਪੁਰਖ ਨੂੰ ਚੰਦੂ ਨਹੀਂ ਮੰਨਦਾ ਜੀ, ਕਿਸੇ ਰੱਬ ਦੇ ਪਿਆਰੇ ਨੂੰ ਨਹੀਂ ਮੰਨਦਾ ਜੀ। ਚੰਦੂ ਸੁਨਤ ਅਨਖ ਕੋ ਕਰਕੇ ਦਰਬ ਜਾਤ ਕੋ ਉਰ ਹੰਕਾਰ। ਚੰਦੂ ਨੇ ਜਦੋਂ ਸੁਣੀ ਨਾ ਗੱਲ, ਅਣਖ ਚ ਭਰ ਗਿਆ ਜੀ। ਜਾਤ ਦਾ ਵੀ ਹੰਕਾਰ ਹੈ, ਮਾਇਆ ਦਾ ਵੀ ਬੜਾ ਹੰਕਾਰ ਹੈ ਜੀ। ਇਹ ਨਹੀਂ ਟਿਕਣ ਦਿੰਦਾ ਬੰਦੇ ਨੂੰ ਜੀ। ਹਾਂਜੀ। ਨੀਕ ਨਾ ਮਾਨੀ ਕੀਨ ਬਖਾਨੀ, ਨਹਿ ਜਾਨੀ ਤੁਮ ਤੇ ਨਿਰਧਾਰ। ਤੇ ਪਤਾ ਕੀ ਕਹਿਣ ਲੱਗਾ, ਕਹਿੰਦਾ ਆ ਕੀ ਕਰ ਆਏ ਹੋ? ਉਹਨੇ ਚੰਗੀ ਨਹੀਂ ਇਹ ਗੱਲ ਮੰਨੀ। ਤੁਸੀਂ ਗੱਲ ਨਿਰਧਾਰਿਤ ਕਰਕੇ ਨਹੀਂ ਜਾਣੀ, ਚੰਗੀ ਤਰ੍ਹਾਂ ਨਹੀਂ ਗੱਲ ਜਾਣੀ। ਕਹਿਣ ਲੱਗਾ ਮੇਰੀ। ਹਾਂਜੀ। ਸਦਨ ਅਢਾਈ ਉੱਤਮ ਖਤਰੀ, ਮੈਂ ਤਿੰਨ ਮੋ ਉੱਚੀ ਕੁਲ ਚਾਰ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗਾ ਅਸੀਂ 2.5 ਘਰ ਖੱਤਰੀ ਹੁੰਨੇ ਆ। ਇੱਕ ਕਹਿੰਦਾ ਮੈਂ ਉਹਨਾਂ ਤੋਂ ਵੀ ਉੱਚਾ ਹੈ, ਮੇਰੀ ਜਾਤ ਉੱਚੀ ਹੈ। ਕਹਿਣ ਲੱਗਾ ਹਾਂਜੀ। ਸੋਢੀ ਬੰਸ ਕੋ ਸ਼੍ਰੀਨ ਸੋ ਖਤਰੀ, ਨੀਵੇਂ ਥਲ ਹਮ ਤੇ ਔਰ ਧਾਰ। ਤੇ ਸੋਢੀ ਬੰਸ ਦੇ ਜਿਹੜੇ ਖੱਤਰੀ ਨੇ ਉਹ ਸ਼ਰੀਣ ਨੇ, ਉਹ ਸਾਡੇ ਤੋਂ ਨੀਵੇਂ ਨੇ। ਇੱਕ ਬ੍ਰਾਹਮਣ ਉੱਚੇ ਹੁੰਦੇ, ਇੱਕ ਬ੍ਰਾਹਮਣ ਨੀਵੇਂ ਵੀ ਹੁੰਦੇ ਆ ਜੀ। ਹਾਂਜੀ। ਸੋਢੀਆਂ 'ਚ ਵੀ ਖੱਤਰੀਆਂ 'ਚ ਵੀ ਇਸ ਤਰ੍ਹਾਂ ਹੋਏਗਾ। ਹਾਂਜੀ। ਹਮ ਉੱਤਮ ਚੌਬਾਰੇ, ਸਮ ਹੈ ਸਭ ਘਰ ਤੇ ਉੱਚੋ ਜਿਮ ਹੋਏ। ਬਸ ਆਹ ਗੱਲ ਜਿਹੜੀ ਸੀ ਨਾ, ਇਹ ਚੰਦੂ ਦੀ ਮੌਤ ਦਾ ਕਾਰਨ ਬਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਫੇਰ ਆਖੋ। ਹੁਣ ਜਿਹੜੀ ਬੋਲੀ ਉਹਨੇ ਬੋਲੀ, ਮੈਨੂੰ ਬੋਲਣੀ ਪੈਣੀ ਹੈ, ਪਰ ਗੁਰੂ ਸਾਹਿਬ ਮਾਫ ਕਰਨ ਤੇ ਸੰਗਤ ਮਾਫ ਕਰੇ, ਇਤਿਹਾਸ ਸੁਣਾਉਣਾ ਹੈ। ਕਹਿਣ ਲੱਗਾ ਉਹ ਭਾਈ ਅਸੀਂ ਉੱਚਾ ਚੁਬਾਰੇ ਵਰਗੇ। ਕਹਿਣ ਲੱਗਾ ਹਾਂਜੀ। ਕਹਾਂ ਸ਼ਰੀਨ ਹਮ ਤੇ ਬਹੁ ਨੀਚ, ਜਥਾ ਸਦਨ ਕੀ ਮੋਰੀ ਜੋਏ। ਅਸੀਂ ਚੁਬਾਰੇ ਵਾਂਗ ਉੱਚੇ ਆ। ਜਿਵੇਂ ਕਿਸੇ ਬਿਲਡਿੰਗ ਦਾ ਸਭ ਤੋਂ ਉੱਪਰਲਾ ਹਿੱਸਾ ਕਿਹੜਾ ਹੁੰਦਾ ਜੀ? ਚੁਬਾਰਾ। ਅਸੀਂ ਚੁਬਾਰੇ ਵਾਂਗ ਉੱਚੇ ਆ, ਉਹ ਖੱਤਰੀ ਨੀਵੇਂ ਹਨ। ਕਹਿਣ ਲੱਗਾ ਤੂੰ ਇੱਕ ਚੁਬਾਰੇ ਦੀ ਇੱਟ ਮੋਰੀ ਵਿੱਚ ਲਾ ਆਇਆ। ਮੋਰੀ ਸਭ ਤੋਂ ਹੇਠਲੀ ਇੱਟ ਹੁੰਦੀ ਜੀ ਮਕਾਨ ਦੀ। ਬਸ ਆਪਣੇ ਆਪ ਨੂੰ ਉਹਨੇ ਉੱਚਾ ਕਹਿਤਾ ਜੀ, ਗੁਰੂ ਘਰ ਨੂੰ ਨੀਵਾਂ ਕਹਿਤਾ। ਗੱਜ ਕੇ ਆਖੋ ਵਾਹਿਗੁਰੂ। ਆਹ ਗੱਲ ਲੈ ਬੈਠੀ ਜੀ ਉਹਨੂੰ ਜੀ। ਹਾਂਜੀ। ਤਨਿਆ ਈਂਟ ਚੁਬਾਰੇ ਕੀ ਸਮ, ਮੋਰੀ ਸਮ ਕੁਲ ਮਹਿਦੀ ਜੋ ਸੋਏ। ਕਹਿਣ ਲੱਗਾ ਅਸੀਂ ਚੁਬਾਰੇ ਵਰਗੇ, ਸਾਡੀ ਬੱਚੀ ਮਾਨੋ ਚੁਬਾਰੇ ਦੀ ਇੱਟ, ਉਹ ਮੋਰੀ ਹੈ, ਤੁਸੀਂ ਉੱਥੇ ਇੱਟ ਸਾਡੀ ਲਾਏ। ਹਾਂਜੀ। ਜਥਾ ਜੋਗ ਨਹਿ ਕਛੂ ਵਿਚਾਰਿਓ, ਅਸਮੰਜਸ ਜਾਣੈ ਸਭ ਕੋਏ। ਕਹਿਣ ਲੱਗਾ ਤੁਸੀਂ ਵਿਚਾਰ ਹੀ ਨਹੀਂ ਕੀਤੀ, ਇਹ ਕੀ ਕਰ ਆਏ ਹੋ? ਗੱਜ ਕੇ ਆਖੋ ਵਾਹਿਗੁਰੂ। ਉਹਨੇ ਵਡਿਆਈ ਨਹੀਂ ਵੇਖੀ ਸੰਗਤ ਜੀ, ਉਹਨੇ ਆਪਣੇ ਆਪ ਦੀ ਜਾਤ ਵੇਖੀ, ਮਾਇਆ ਵੇਖੀ। ਉਹਨੇ ਇਹ ਨਹੀਂ ਵੇਖਿਆ ਇਹ ਗੁਰੂ ਘਰ ਹੈ ਜੀ। ਇੱਥੋਂ ਦਾ ਤੇ ਸਿੱਖ ਹੀ ਬੰਦਾ ਬਣ ਜੇ, ਬੜੀ ਵੱਡੀ ਗੱਲ ਹੈ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਜਿੰਨੇ ਬੈਠੇ ਬਿਲਕੁਲ ਸੱਚੀ ਮਨ ਨਾਲ ਵਿਚਾਰ ਕਰੀਏ, ਆਪਾਂ ਗੁਰੂ ਘਰ ਨੂੰ ਪਿਆਰ ਕਰਦੇ ਹਾਂ। ਪੂਰੇ ਸਿੱਖ ਬਣਨਾ ਔਖਾ ਹੈਗਾ ਸਾਡੇ ਵਾਸਤੇ ਜੀ। ਬਸਤਰ ਪਾਏ ਆ, ਪਰ ਪੂਰੇ ਸਿੱਖ ਬਣਨਾ ਬੜਾ ਔਖਾ ਕੰਮ ਹੈਗਾ ਜੀ। ਇੱਥੋਂ ਦਾ ਤੇ ਸਿੱਖ ਵੀ ਬੰਦਾ ਵੱਡੇ ਭਾਗਾਂ ਨਾਲ ਬਣਦਾ, ਉਹਨੇ ਗੱਲ ਹੀ ਪੁੱਠੀ ਕਰਤੀ ਜੀ। ਹਾਂਜੀ। ਈਂਟ ਚੁਬਾਰੇ ਕੀ ਸਭ ਸਿਰ ਪਾਰ, ਮੋਰੀ ਲੱਗੀ ਸੋ ਸਭ ਤੇ ਨੀਵਾ। ਚੁਬਾਰੇ ਦੀ ਇੱਟ ਕਹਿੰਦਾ ਸਭ ਤੋਂ ਉੱਚੀ ਹੁੰਦੀ ਹੈ, ਮੋਰੀ ਦੀ ਇੱਟ ਸਭ ਤੋਂ ਨੀਵੀਂ ਹੁੰਦੀ ਹੈ। ਚੁਬਾਰੇ ਦੀ ਇੱਟ ਪੁੱਟ ਕੇ ਤੁਸੀਂ ਮੋਰੀ ਚਲਾ ਆਏ ਹੋ। ਹਾਂਜੀ। 3 ਬਾਰ ਤਕਰਾਰ ਕਰਿਓ ਇਮ, ਪੁਨ ਬੋਲਿਓ ਧਨ ਕਿਆ ਟਿਗ ਥੀਵ। ਗੱਜ ਕੇ ਆਖੋ ਵਾਹਿਗੁਰੂ। 3 ਵਾਰ ਉਹਨੇ ਇਹ ਗੱਲ ਦੁਹਰਾਈ ਜੀ। 3 ਵਾਰ ਜੀ। ਫਿਰ ਕਹਿਣ ਲੱਗਾ ਮਾਇਆ ਕਿਹੜੀ ਆ ਉੱਥੇ ਆਉਂਦੀ। ਹਾਂਜੀ। ਗੁਜਰ ਫਕੀਰਨ ਜੈਸੀ ਤਿਸਕੀ, ਪੂਜਾ ਲੇਹ ਆਹਾਰ ਕਰੀਵ। ਕਹਿਣ ਲੱਗਾ ਜਿਵੇਂ ਫਕੀਰਾਂ ਦਾ ਗੁਜ਼ਾਰਾ ਹੁੰਦਾ, ਉਵੇਂ ਉਹਨਾਂ ਦਾ ਗੁਜ਼ਾਰਾ ਹੁੰਦਾ। ਸੰਗਤ ਦੀ ਮਾਇਆ ਵਰਤਦੇ ਆ। ਹਾਂਜੀ। ਆਨ ਚੜਾਵੈ ਹੈ ਤੋ ਤਨ ਪਾਵੈ ਹੈ, ਨਾਹੇ ਤਾਂ ਬੈਠੇ ਰਹਿ ਸਦੀਵ। ਗੁਰੂ ਦੀ ਵਡਿਆਈ ਨਹੀਂ ਜਾਣੀ ਇਹਨੇ। ਗੱਜ ਕੇ ਆਖੋ ਇਹਨੇ ਵੱਡੇ ਸੱਚੇ ਪਾਤਸ਼ਾਹ, ਮੈਂ ਬੜੀ ਵਾਰੀ ਆਖਿਆ, ਬੇਨਤੀ ਕੀਤੀ ਹੈ, ਗੁਰੂ ਅਰਜਨ ਦੇਵ ਮਹਾਰਾਜ ਕੰਧ ਤੇ ਦ੍ਰਿਸ਼ਟੀ ਪਾਉਣ ਤੇ ਹੀਰਿਆਂ ਦੀ ਬਣਾ ਦੇਣ ਜੀ।
ਧਰਤੀ ਤੇ ਦ੍ਰਿਸ਼ਟੀ ਪਾਉਣ, ਧਰਤੀ ਹੀਰਿਆਂ ਦੀ ਬਣਾ ਦੇਣ। ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਗੜੀਆ ਜੀ ਗੁਜਰਾਤ ਗਏ, ਧਰਤੀ ਤੇ ਦ੍ਰਿਸ਼ਟੀ ਪਾਈ, ਧਰਤੀ ਸੋਨੇ ਦੀ ਬਣਾ ਦਿੱਤੀ ਜੀ। ਖੁਦ ਗੁਰੂ ਸਾਹਿਬ ਕਿੱਡੇ ਵੱਡੇ ਹੋਣਗੇ ਜੀ, ਅੰਦਾਜ਼ਾ ਹੀ ਨਹੀਂ ਲੱਗ ਸਕਦਾ। ਇਹ ਮੂਰਖ ਮੱਤ ਵਾਲਾ ਕਹਿਣ ਲੱਗਾ ਕਿਹੜੀ ਮਾਇਆ ਉੱਥੇ ਹੈ ਕਿ ਲੋਕ ਚੜਾਉਂਦੇ ਆ ਉਹ ਵਰਤਦੇ ਆ। ਇਹ ਨਹੀਂ ਪਤਾ ਲੋਕੀ ਤੇ ਆ ਕੇ ਉੱਥੋਂ ਅਰਦਾਸਾਂ ਕਰਦੇ, ਸੱਚੇ ਪਾਤਸ਼ਾਹ ਸਾਡਾ ਕੰਮ ਚੱਲ ਜਾਵੇ। ਚੰਦੂ ਅੱਗੇ ਕੋਈ ਇੰਝ ਕਹਿੰਦਾ ਜੀ? ਲੋਕੀ ਆ ਕਹਿੰਦੇ ਸੱਚੇ ਪਾਤਸ਼ਾਹ ਜੋ ਸਾਡੇ ਘਰ ਵਿੱਚ ਹੈਗਾ ਤੁਹਾਡਾ ਹੀ ਦਿੱਤਾ ਹੈਗਾ ਮਹਾਰਾਜ। ਹਾਂਜੀ। ਦੇਸ਼ ਪਰਗਨਾ ਨਹੀਂ ਅਜਾਰੈ, ਨਹਿ ਦੀਵਾਨ ਕਿਸ ਹੀ ਮਹਿ ਪਾਲ। ਕੋਈ ਦੇਸ਼ ਦੇ ਮਾਲਕ ਨੇ, ਕਿਸੇ ਪਰਗਣੇ ਦੇ ਮਾਲਕ ਨੇ। ਕਹਿਣ ਲੱਗਾ ਕਿਸੇ ਬਾਦਸ਼ਾਹ ਦੇ, ਕਿਸੇ ਰਾਜੇ ਦੇ ਦੀਵਾਨ ਨੇ। ਉਹ ਅਸਲ 'ਚ ਮੂਰਖ ਮੱਤ ਹੈ ਨਾ, ਉਹਨੂੰ ਮੂਰਖ ਹੀ ਮੱਤ ਸਾਹਮਣੇ ਚਾਹੀਦੀ। ਦੀਵਾਨ ਹੈ ਉਹਨੂੰ ਦੀਵਾਨ ਹੀ ਗਾਂ ਚਾਹੀਦਾ ਜੀ। ਹਾਂਜੀ। ਨਹੀਂ ਕਨੋ ਵਿਵਹਾਰ ਚਲਾਵੈ ਹੈ, ਜਹਤੇ ਆਵੈ ਹੈ ਦਰਬ ਵਿਸਾਲ। ਸੋ ਮੂਰਖ ਹੰਕਾਰ ਦੇ ਵਿੱਚ ਬੜੀਆਂ ਗੱਲਾਂ ਬੋਲਦਾ, ਬੜੀਆਂ ਹੀ ਗੱਲਾਂ ਬੋਲਦਾ। ਸੰਗਤ ਜੀ ਮੈਂ ਸੱਚੀ ਗੱਲ ਕਹਿਣਾ, ਮੈਨੂੰ ਡਰ ਲੱਗਦਾ ਇਹੋ ਜਿਹੀਆਂ ਗੱਲਾਂ ਕਰਨ ਲੱਗਿਆ ਜੀ। ਹੰਕਾਰ ਵਾਲੀਆਂ ਗੱਲਾਂ ਬੋਲਦਾ, ਆਪਣੇ ਆਪ ਨੂੰ ਵੱਡਾ ਮੂਰਖ ਆਖੀ ਜਾਂਦਾ ਹੈ, ਤੇ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੂੰ ਨੀਵਾਂ ਆਖੀ ਜਾਂਦਾ ਹੈ ਜੀ। ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਬਾਦਸ਼ਾਹ ਨੂੰ ਵਾਹਿਗੁਰੂ ਚੰਦੂ ਨੂੰ ਬ੍ਰਾਹਮਣ ਕਹਿਣ ਲੱਗਾ ਜੀ ਉੱਥੇ ਬੜੇ ਬੜੇ ਲੋਕ ਮੱਥਾ ਟੇਕਣ ਵਾਲੇ ਅਮੀਰ ਬੈਠੇ ਹੋਏ ਨੇ ਜੀ। ਕਹਿਣ ਲੱਗਾ ਉਹ ਤੇ ਗਰੀਬ ਜਿਹੇ ਬੰਦੇ ਹੈਗੇ ਜਿਹੜੇ ਉਹਨਾਂ ਕੋਲ ਆਉਂਦੇ। ਹਾਂਜੀ। ਭਾਈ ਲੰਗਾ ਗੁਰੂ ਸਾਹਿਬ ਜੀ ਦਾ ਸਿੱਖ ਹੈ ਜੀ। ਝਬਾਲੋ ਦਾ ਘਰ ਸੀਗਾ ਜੀ। 84 ਪਿੰਡਾਂ ਦਾ ਇਕੱਲਾ ਹੀ ਮਾਲਕ ਸੀਗਾ ਜੀ। ਭਾਈ ਲੰਗਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਤੇ 84 ਪਿੰਡਾਂ ਦਾ ਮਾਲਕ ਜੀ। ਹੋਰ ਸੁਣਿਓ, ਪੱਟੀ ਤੋਂ ਜੀ, ਪੱਟੀ ਤੋਂ ਇੱਕ ਸਰਦਾਰ 100 ਪਿੰਡਾਂ ਦਾ ਮਾਲਕ ਸੀਗਾ ਜੀ। ਲਾਗੇ ਲਾਗੇ 100 ਪਿੰਡਾਂ ਦਾ ਮਾਲਕ ਸੀਗਾ ਜੀ ਉਹ। ਤੇ ਹਰ ਰੋਜ਼ ਤੁਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ ਦਹੀਂ ਲੈ ਕੇ ਆਉਂਦਾ ਹੁੰਦਾ ਸੀਗਾ ਜੀ। ਹਾਂਜੀ। ਤੁਸੀਂ ਵੇਖੋ ਏਡੇ ਏਡੇ ਵੱਡੇ ਸਰਦਾਰ ਚੱਲ ਕੇ ਮਹਾਰਾਜ ਕੋਲ ਆਉਂਦੇ ਜੀ। ਇੱਕ ਦਿਨ ਉਹਦੇ ਮਨ 'ਚ ਹਉਮੈ ਆ ਗਈ ਜੀ ਉਸ ਸਰਦਾਰ ਦੇ ਜੀ। ਕਹਿਣ ਲੱਗਾ ਵੀ ਮੇਰੇ ਵਰਗਾ ਵੀ ਕੋਈ ਸਿੱਖ ਹੋਏਗਾ ਜੀ। ਹੈਂ, ਇੰਨੇ ਪਿੰਡਾਂ ਦਾ ਸਰਦਾਰ ਹੋ ਕੇ ਤੁਰ ਕੇ ਮੈਂ ਮਹਾਰਾਜ ਵਾਸਤੇ ਦਹੀਂ ਲੈ ਕੇ ਆਉਣਾ। ਚਲੋ ਗਰੀਬ ਬੰਦੇ ਆਉਂਦੇ ਗੱਲ ਵੱਖਰੀ, ਮੈਂ ਤੇ ਅਮੀਰ ਹੈਗਾ। ਜਦੋਂ ਉਹਦੇ ਮਨ 'ਚ ਹਉਮੈ ਆ ਗਈ ਤੇ ਉਹ ਘਰੋਂ ਤੁਰਿਆ ਤੇ ਮਹਾਰਾਜ ਨੂੰ ਪਤਾ ਲੱਗ ਗਿਆ ਜੀ। ਤੇ ਗੁਰੂ ਅਰਜਨ ਦੇਵ ਸਾਹਿਬ ਅੰਮ੍ਰਿਤਸਰ ਤੋਂ ਨਾ ਜੀ ਤਰਨ ਤਾਰਨ ਆ ਗਏ ਜੀ। ਉਹ ਅੰਮ੍ਰਿਤਸਰ ਨੂੰ ਆ ਗਿਆ ਜੀ। ਉਹਨੂੰ ਪਤਾ ਲੱਗਾ ਵੀ ਮਹਾਰਾਜ ਤੇ ਤਰਨ ਤਾਰਨ ਆ ਗਏ ਆ। ਉਹ ਤਰਨ ਤਾਰਨ ਗਿਆ ਜੀ। ਗੁਰੂ ਸਾਹਿਬ ਅੰਮ੍ਰਿਤਸਰ ਆ ਗਏ ਜੀ। ਤੁਰ ਕੇ ਇੰਨਾ ਸਫ਼ਰ ਕਰਨਾ ਤੌਬਾ ਹੋ ਜਾਂਦੀ ਜੀ। ਤੇ ਅਖੀਰ ਹਾਰ ਅੰਬ ਕੇ ਜੀ ਦਹੀਂ ਤੇ ਲੱਸੀ ਬਣ ਗਿਆ ਜੀ। ਫਿਰ ਹਾਰ ਅੰਬ ਕੇ ਜਦੋਂ ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਮਹਾਰਾਜ ਕਹਿੰਦੇ ਕਿਉਂ ਤੇਰੇ ਵਰਗਾ ਤਾਂ ਸਿੱਖ ਹੀ ਨਹੀਂ ਕੋਈ ਹੈਗਾ ਤੇ ਤੂੰ ਇੰਨੀ ਛੇਤੀ ਖਿੱਚ ਗਿਆ। ਤੇ ਸੱਚੇ ਪਾਤਸ਼ਾਹ ਨੂੰ ਮਾਫੀ ਮੰਗਣ ਲੱਗਾ। ਨਹੀਂ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਸੱਚੇ ਪਾਤਸ਼ਾਹ, ਮੈਂ ਹਉਮੈ ਕਰ ਬੈਠਾ ਮਹਾਰਾਜ। ਮਹਾਰਾਜ ਕਹਿਣ ਲੱਗੇ ਇੱਥੇ ਹਉਮੈ ਨਹੀਂ ਕਰਨੀ। ਸਾਡੇ ਵਾਸਤੇ 100 ਪਿੰਡਾਂ ਦਾ ਮਾਲਕ ਵੀ ਇੱਕੋ ਜਿਹਾ, ਸਾਡੇ ਵਾਸਤੇ ਦਿਹਾੜੀਦਾਰ ਬੰਦਾ ਵੀ ਇੱਕੋ ਜਿਹਾ ਹੀ ਹੈ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਇਹ ਹੁਣ ਮੂਰਖ ਨਹੀਂ ਜਾਣਦਾ ਜੀ। ਉੱਥੇ ਤੇ ਮੱਥਾ ਟੇਕਣ ਵਾਲੇ 100 ਪਿੰਡਾਂ ਦੇ ਮਾਲਕ ਆਉਂਦੇ ਆ ਜੀ ਗੁਰੂ ਘਰ 'ਚ। ਹਾਂਜੀ। ਕਰਿਓ ਸੋ ਕਰਿਓ ਮਨ ਮੈਂ ਲੀਨਸ। ਕਹਿਣ ਲੱਗਾ ਹੁਣ ਜੋ ਕਰਤਾ ਮੈਂ ਮੰਨ ਲੈਣਾ ਗੱਲ ਨੂੰ। ਕਹਿਣ ਲੱਗਾ ਹਾਂਜੀ। ਇਸ ਕੋ ਹੇਤ ਸੁਨਹੁ ਦੇ ਕਾਨ। ਪਰ ਹੁਣ ਕੰਨ ਦੇ ਕੇ ਮੇਰੀ ਹੋਰ ਗੱਲ ਸੁਣ ਲਓ ਇੱਕ। ਹਾਂਜੀ। ਸੁਤਾ ਸੰਬੰਧ ਕਰਨ ਦੇ ਕਾਰਨ, ਪਟਹੇ ਵਿਪਰ ਕੋ ਆਪਨੈ ਥਾਨ। ਧੀ ਦਾ ਨਾਤਾ ਕਰਨ ਵਾਸਤੇ ਅਸੀਂ ਆਪਣੀ ਥਾਂ ਤੇ ਭੇਜਿਆ ਸੀਗਾ ਤੈਨੂੰ। ਹਾਂਜੀ।
ਜਹਕਾਰ ਆਏ ਉਚਿਤ ਸੋ ਮਾਨਨ ਕਰਿਓ ਸੰਬੰਧ ਜੇ ਦੇ ਬਖਾਨ। ਵੀ ਮੈਂ ਲੋਕਾਂ ਨੂੰ ਕਹਿ ਦਾਂਗਾ ਵੀ ਚਲੋ ਹੁਣ ਆਪਣੀ ਥਾਂ ਤੇ ਭੇਜਿਆ, ਇਹ ਨਾ ਜਿੱਥੇ ਜੋੜਨਾ ਸੀ ਜੋੜ ਆਏ। ਹਾਂਜੀ। ਨਹਿ ਮਾਨਹਿ ਤੋ ਦੋਸ਼ ਲਗਾਏ ਤਿਹ ਕੰਨਿਆ ਤਨਿਆ ਪਤ ਕੋ ਦੁਤੀਆ ਠਾਨ। ਗੱਜ ਕੇ ਆਖੋ ਵਾਹਿਗੁਰੂ। ਤੇ ਹੁਣ ਜੋ ਹੋਣਾ ਸੀ ਹੋ ਗਿਆ, ਕਹਿਣ ਲੱਗਾ ਜੋ ਕਰਨਾ ਸੀ ਤੁਸੀਂ ਕਰ ਦਿੱਤਾ। ਹੁਣ ਮੁੱਕਦੀ ਗੱਲ ਹੈ ਵੀ ਰਿਸ਼ਤਾ ਉੱਥੇ ਹੁਣ ਪੱਕਾ ਕਰ ਆਓ। ਹਾਂਜੀ। ਪ੍ਰਥਮ ਕਹਿਓ ਜੈ ਹੈ ਪਤ ਸੋ ਹੋਇ। ਕਿਉਂ ਤੁਹਾਡੀ ਗੱਲ ਨਾ ਮੰਨੀ ਤੇ ਮੈਨੂੰ ਦੋਸ਼ ਲੱਗੇ। ਇਹ ਵੀ ਗੱਲ ਪ੍ਰਚਲਿਤ ਸੀ ਨਾ ਵੀ ਬ੍ਰਾਹਮਣਾਂ ਦੀ ਗੱਲ ਨਾ ਮੰਨੋ ਤੇ ਦੋਸ਼ ਲੱਗ ਜਾਂਦਾ ਜੀ। ਜੇ ਤੁਹਾਡੀ ਗੱਲ ਨਾ ਮੰਨੀ ਤੇ ਮੈਨੂੰ ਦੋਸ਼ ਲੱਗਣਾ, ਕਹਿਣ ਲੱਗਾ ਮੇਰੀ ਧੀ ਨੂੰ ਦੋਸ਼ ਲੱਗਣਾ। ਪ੍ਰਥਮ ਕਹਿਓ। ਪ੍ਰਥਮ ਕਹਿਓ ਜੈ ਹੈ ਪਤ ਸੋ ਹੋਇ ਹੋ। ਹਾਂਜੀ। ਜਾਂ ਤੇ ਤੁਮ ਨੇ ਕੀ ਨ ਸਜੋਏ। ਕਿਉਂਕਿ ਤੁਸੀਂ ਹੁਣ ਕਹਿ ਦਿੱਤਾ, ਇਸ ਕਰਕੇ ਮੈਂ ਆਪਣੀ ਧੀ ਦਾ ਪਤੀ ਉਹਨਾਂ ਨੂੰ ਮੰਨਦਾ, ਕਹਿਣ ਲੱਗਾ। ਹਾਂਜੀ। ਕੁਲ ਹੋਏ ਹੀ ਨ ਦਰਬ ਤੇ ਹੀ ਨ ਜੋ ਪਾਇਓ ਜਮਾਤਾ ਅਬ ਮਮ ਸੋਏ। ਮੂਰਖ ਪਤਾ ਕੀ ਕਹਿੰਦਾ ਜੀ? ਕਹਿੰਦਾ ਚੱਲ ਕੁਲ ਨਹੀਂ ਚੰਗੀ, ਗਰੀਬ ਨੇ ਪਰ ਹੈ ਤੇ ਮੇਰੇ ਜਵਾਈ ਨੇ। ਅੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਪਤਾ ਜਿਹੜਾ ਤੇਰਾ ਜਵਾਈ ਆ ਉਹ ਦੀਨ ਦੁਨੀ ਦਾ ਪਾਤਸ਼ਾਹ। ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਏਡੇ ਵੱਡੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ, ਪਰ ਇਹ ਹੁਣ ਮੂਰਖ ਬੰਦਾ। ਹਾਂਜੀ। ਜਗਤ ਰੀਤ ਬਿਗਰੇ ਹੈ ਅਬ ਫੇਰੇ ਭਲਾ ਨਾ ਮਾਨੇ ਹੈ ਗੋ ਸੁਨ ਕੋਏ। ਉਹ ਸਮਾਂ ਇਹੋ ਜਿਹਾ ਸੀਗਾ ਜੀ, ਬ੍ਰਾਹਮਣ ਜਿੱਥੇ ਫੈਸਲਾ ਕਰ ਆਉਂਦਾ ਉੱਥੇ ਹੀ ਹੁੰਦੀ ਸੀ ਸਾਰੀ ਗੱਲ ਜੀ। ਕਹਿਣ ਲੱਗਾ ਜੇ ਮੈਂ ਗੱਲ ਫੇਰ ਦੇਣਾ ਤੇ ਜਗਤ ਦੀ ਰੀਤ ਟੁੱਟਦੀ ਹੈ। ਹਾਂਜੀ। ਆਪਨ ਥਾਨ ਕਰ ਨਾਤੇ ਹਿਤ ਮੈਂ ਪਠਿਓ ਵਿਪਰ ਤਬ ਕਰਿਓ ਸੋ ਹੋਏ। ਗੱਜ ਕੇ ਆਖੋ ਵਾਹਿਗੁਰੂ। ਤੇ ਮੈਂ ਹੁਣ ਲੋਕਾਂ ਨੂੰ ਕਹਿ ਦਾਂਗਾ ਵੀ ਮੈਂ ਬ੍ਰਾਹਮਣ ਨੂੰ ਆਪਣੀ ਥਾਂ ਤੇ ਭੇਜਿਆ ਸੀ, ਜੋ ਉਹਨੇ ਕੀਤਾ ਮੈਂ ਮਨਜ਼ੂਰ ਕਰ ਲਿਆ। ਹਾਂਜੀ। ਇਤਿਆਦਿਕ ਕੁਛ ਅਪਰ ਬਡਾਈ ਆਪਣੀ ਕਹੀ ਧਾਰ ਹੰਕਾਰ। ਇਸ ਤਰੀਕੇ ਨਾਲ ਮੂਰਖ ਨੇ ਆਪਣੀ ਵਡਿਆਈ ਦੀਆਂ ਗੱਲਾਂ ਕੀਤੀਆਂ ਜੀ, ਹੰਕਾਰ ਨਾਲ ਜੀ। ਹਾਂਜੀ। ਕਹਿਓ ਸਗਨ ਕੋ ਅਬਲੇ ਗਮ ਨ ਹੋ ਜਥਾ ਜੋਗ ਜੈਸੋ ਤੇ ਵਿਵਹਾਰ। ਟੇਢੀਆਂ ਜੀਆਂ ਨਜ਼ਰਾਂ ਕਰਕੇ ਬ੍ਰਾਹਮਣ ਨੂੰ ਕਹਿਣ ਲੱਗਾ ਵੀ ਹੁਣ ਲੈ ਜਾ ਸਗਨ, ਫਿਰ ਹੁਣ ਰਿਸ਼ਤਾ ਤੇ ਕਰ ਆਇਆ, ਹੁਣ ਸਗਨ ਲੈ ਜਾ, ਫਿਰ ਉੱਥੇ ਜੋ ਵਿਵਹਾਰ ਬਣਦਾ ਕਰਕੇ ਆ। ਹਾਂਜੀ। ਚੰਦੂ ਦਾਰਾ ਨੇ ਸਭ ਦੀਨਸ ਚਲਿਓ ਪੰਥ ਦਿਜ ਆਨੰਦ ਧਾਰ। ਚੰਦੂ ਦੀ ਘਰ ਵਾਲੀ ਨੇ ਥਾਲ ਸਜਾ ਕੇ ਨਾ ਜੀ ਸਗਨ ਦਾ ਉਹ ਦਿੱਤਾ ਜੀ ਉਹਨੂੰ ਜੀ। ਬ੍ਰਾਹਮਣ ਅੰਮ੍ਰਿਤਸਰ ਨੂੰ ਤੁਰ ਪਿਆ ਜੀ ਨਾਲ ਨਾਈ ਨੂੰ ਲੈ ਕੇ। ਹਾਂਜੀ। ਸਮਧੀ ਮਿਲੇ ਮਹਾਤਮ ਜਾਣੈ ਅਬ ਦੀਵਾਨ ਇਮ ਕਰਤ ਉਚਾਰ। ਗੱਜ ਕੇ ਆਖੋ ਵਾਹਿਗੁਰੂ। ਤੇ ਹੁਣ ਚੰਦੂ ਤੋਰਨ ਲੱਗਿਆ ਕਹਿਣ ਲੱਗਾ ਜਦੋਂ ਸਮਧੀ ਇਕੱਠੇ ਹੋਵਾਂਗੇ ਆਨੰਦ ਬਣੇਗਾ। ਕਹਿਣ ਲੱਗਾ ਹੁਣ ਜਾ ਤੂੰ ਛੇਤੀ ਜਾ। ਹਾਂਜੀ। ਜਬ ਚੰਦੂ ਗੁਰ ਨਿੰਦ ਉਚਾਰੀ ਕੇਤਿਕ ਗੁਰ ਸਿੱਖ ਹੁਤੇ ਸੋ ਪਾਪ। ਪਰ ਵਿੱਚ ਇੱਕ ਕੰਮ ਹੋ ਗਿਆ ਜੀ। ਉਹ ਕੀ? ਜਦੋਂ ਚੰਦੂ ਨੇ ਗੁਰੂ ਸਾਹਿਬ ਦੇ ਘਰ ਦੀ ਨਿੰਦਿਆ ਕੀਤੀ ਨਾ, ਉਸ ਸਭਾ ਵਿੱਚ ਕੁਝ ਗੁਰੂ ਜੀ ਦੇ ਸਿੱਖ ਵੀ ਬੈਠੇ ਹੋਏ ਹੈਗੇ ਜੀ। ਤੇ ਸਿੱਖ ਦਾ ਸੁਭਾਅ ਹੈ, ਸਿੱਖ ਸਭ ਕੁਝ ਬਰਦਾਸ਼ਤ ਕਰ ਸਕਦਾ, ਆਪਣੇ ਗੁਰੂ ਦੀ ਨਿੰਦਿਆ ਨਹੀਂ ਬਰਦਾਸ਼ਤ ਕਰ ਸਕਦਾ ਜੀ। ਸਾਡੇ ਗੁਰੂ ਜੀ ਨੂੰ ਕੋਈ ਮਾੜਾ ਆਖੇ ਜੀ, ਸਿੱਖ ਤੇ ਮਾਰਨ ਤੱਕ ਜਾਂਦਾ ਉਸ ਬੰਦੇ ਨੂੰ ਜੀ। ਹਾਂਜੀ। ਭਾਈ ਸੰਜ ਸਭ ਸੰਗਤ ਇਕੱਠੀ ਧਰਮਸ਼ਾਲਾ ਮੈਂ ਹੈ ਭਜਨ ਪ੍ਰਕਾਸ਼। ਜਿਵੇਂ ਤੁਸੀਂ ਇਕੱਠੇ ਹੋਏ ਹੋ ਸ਼ਾਮ ਨੂੰ, ਇਸੇ ਤਰ੍ਹਾਂ ਸੰਗਤ ਵਾਹਿਗੁਰੂ ਦਿੱਲੀ ਦੀ ਸ਼ਾਮ ਨੂੰ ਇਕੱਠੀ ਹੋਈ ਜੀ, ਕਥਾ ਕੀਰਤਨ ਹੋਇਆ ਜੀ। ਹਾਂਜੀ। ਸਭ ਮੈਂ ਬਿਦਤ ਕੀ ਨ ਬਿਰਤੰਤ ਸੋ ਸ਼ਾਹੋ ਸਚਿਵ ਜੇ ਸੁਮਤ ਬਿਨਾਸ਼। ਤੇ ਜਿਸ ਤਰ੍ਹਾਂ ਸਿੱਖਾਂ ਨੇ ਸੁਣਿਆ ਸੀ ਨਾ, ਉਹਨਾਂ ਸੰਗਤ ਨੂੰ ਆਖਿਆ ਸੰਗਤ ਜੀ ਚੰਦੂ ਸ਼ਾਹ ਦੀ ਮੱਤ ਵਿਗੜ ਗਈ, ਕਹਿਣ ਲੱਗੇ। ਹਾਂਜੀ। ਨਿਜ ਤੇ ਲਗ ਕੈ ਹੈ ਨਾਤਾ ਭੇਜਿਓ ਸੁਤਾ ਆਪਨੀ ਕੋ ਨਿਰਜਾਸ। ਗੱਜ ਕੇ ਆਖੋ ਵਾਹਿਗੁਰੂ। ਵੀ ਕਹਿਣ ਲੱਗੇ ਬ੍ਰਾਹਮਣ ਉਹਦੀ ਧੀ ਦਾ ਸੰਬੰਧ ਸਤਿਗੁਰੂ ਦੇ ਪੁੱਤਰ ਦੇ ਨਾਲ ਰਿਸ਼ਤਾ ਜੋੜ ਕੇ ਆਏ ਸਨ, ਪਰ ਉਹਨੇ ਆਪਣੇ ਆਪ ਨੂੰ ਉੱਚਾ ਤੇ ਗੁਰੂ ਘਰ ਨੂੰ ਨੀਵਾਂ ਆਖਿਆ। ਰਿਸ਼ਤਾ ਤੇ ਉੱਥੇ ਹੀ ਹੋਏਗਾ,
ਪਰ ਉਹਦੇ ਮਨ 'ਚ ਜਾਤ ਦਾ ਹੰਕਾਰ ਹੈ, ਮਾਇਆ ਦਾ ਹੰਕਾਰ ਹੈ, ਪਦਵੀ ਦਾ ਹੰਕਾਰ ਹੈ। ਉਹ ਅੱਗੇ ਵੀ ਜਿਹੜਾ ਉਹ ਗੁਰੂ ਘਰ ਵਿੱਚ ਪਰੇਸ਼ਾਨੀ ਕਰੇਗਾ। ਜਦੋਂ ਇਹ ਗੱਲ ਆਖੀ, ਹਾਂਜੀ, ਸੁਨ ਸਿੱਖਨ ਸਭ ਕਸਹਿ ਨਾ ਕੈਸੇ, ਮਸਲਤ ਕਰਕ ਭਏ ਇਕੰਤ। ਸਿੱਖ ਸਾਰੇ ਚਿੰਤਤ ਹੋ ਗਏ ਵੀ ਇਹ ਤੇ ਗੱਲ ਮਾੜੀ ਹੈ। ਹੰਕਾਰੀ ਬੰਦਾ ਗੁਰੂ ਸਾਹਿਬ ਦਾ ਬਣ ਜੇ ਕੁੜਮ, ਇਹ ਤੇ ਹੋਣਾ ਹੀ ਨਹੀਂ ਚਾਹੀਦਾ। ਹਾਂਜੀ, ਛਪ ਕੈ ਲਿਖਿਓ ਛਪ ਕੈ ਲਿਖੋ ਨਾ ਸੁਨਹਿ ਦੁਸ਼ਟ ਕਿਸ, ਜੈਸੇ ਇਹਾਂ ਭਇਓ ਬਿਰਤੰਤ। ਤੇ ਸਿੱਖਾਂ ਨੇ ਫਿਰ ਉਹਨਾਂ ਸਿੱਖਾਂ ਨੂੰ ਕਿਹਾ ਵੀ ਲੁਕ ਕੇ ਇੱਕ ਚਿੱਠੀ ਲਿਖ ਦਿਓ, ਇਸ ਦੁਸ਼ਟ ਨੂੰ ਨਾ ਪਤਾ ਲੱਗੇ, ਪਰ ਇਹਦੇ ਲਿਖੇ ਹੋਏ ਬੋਲ ਜਿਹੜੇ ਆ ਉਹ ਇਹਦੇ ਬੋਲੇ ਹੋਏ ਬੋਲ ਗੁਰੂ ਅਰਜਨ ਸਾਹਿਬ ਕੋ ਲਿਖ ਕੇ ਭੇਜ ਦਿਓ। ਹਾਂਜੀ, ਲਗੇ ਲਿਖਨ ਅਰਦਾਸ ਆਪਨੀ, ਸ਼੍ਰੀ 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 ਸਤਿਗੁਰ ਭਗਵੰਤ। ਦਿੱਲੀ ਦੀ ਸੰਗਤ ਨੇ ਅਰਦਾਸ ਲਿਖੀ ਜੀ ਆਪਣੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗੱਜ ਕੇ ਪਤਾ ਕੀ ਲਿਖਦੇ? ਸ਼੍ਰੀ 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 ਸਤਿਗੁਰ ਭਗਵੰਤ। ਮਹਾਰਾਜ ਜੀ ਤੁਸੀਂ ਧੰਨ ਜੇ ਸੱਚੇ ਪਾਤਸ਼ਾਹ। ਮਹਾਰਾਜ ਆਪ ਜੀ ਧੰਨ ਹੋ ਸੱਚੇ ਪਾਤਸ਼ਾਹ। ਮਹਾਰਾਜ ਆਪ ਧੰਨ ਹੋ ਸੱਚੇ ਪਾਤਸ਼ਾਹ। ਉਪਕਾਰੀ ਜਗ ਤਾਰਨ ਸਮਰੱਥ, ਹਰ ਅਵਤਾਰ ਸਹਾਇਕ ਸੰਤ। ਸਿੱਖ ਚਿੱਠੀ ਲਿਖ ਰਹੇ ਹੈ ਤੇ ਮਹਾਰਾਜ ਦੀ ਸਿਫਤ ਲਿਖਦੇ, ਸੱਚੇ ਪਾਤਸ਼ਾਹ ਤੁਸੀਂ ਆਪ ਰੱਬ ਹੋ। ਮਹਾਰਾਜ ਸਾਡੇ ਵਰਗੇ ਲੋਕਾਂ ਦਾ ਭਲਾ ਕਰਨ ਵਾਸਤੇ ਤੁਸੀਂ ਧਰਤੀ ਤੇ ਆਏ ਹੋ ਸੱਚੇ ਪਾਤਸ਼ਾਹ। ਮਹਾਰਾਜ ਤੁਹਾਡੇ ਜਿੰਨੀ ਸਮਰੱਥਾ ਕਿਸੇ ਦੂਜੇ ਵਿੱਚ ਨਹੀਂ ਹੈਗੀ। ਹਾਂਜੀ, ਲਿਖ ਤੁਮ ਸਭ ਦਿੱਲੀ ਕੀ ਸੰਗਤ, ਸਤਿਗੁਰ ਕੇ ਸਨਮੁਖ ਅਰਦਾਸ। ਤੇ ਅਸੀਂ ਦਿੱਲੀ ਦੀਆਂ ਸੰਗਤਾਂ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਲਿਖ ਰਹੇ ਹਾਂ। ਹਾਂਜੀ, ਸ਼ਾਹੇ ਦੀਵਾਨ ਸੁਤਾ ਕੋ ਨਾਤਾ, ਭੇਜਿਓ ਅਰੈ ਤੁਮਾਰੇ ਪਾਸ। ਮਹਾਰਾਜ ਚੰਦੂ ਦੀ ਧੀ ਦਾ ਰਿਸ਼ਤਾ ਆਪ ਜੀ ਦੇ ਸਪੁੱਤਰ ਸਾਹਿਬਜ਼ਾਦਾ ਜੀ ਦੇ ਨਾਲ ਹੋ ਰਿਹਾ। ਇਹ ਗੱਲਾਂ ਤੁਰ ਰਹੀਆਂ ਨੇ ਸੱਚੇ ਪਾਤਸ਼ਾਹ। ਹਾਂਜੀ, ਆਪ ਹੰਕਾਰੀ ਬਨਿਓ ਚੁਬਾਰਾ, ਤੁਮਹੇ ਕਹਿਓ ਮੋਰੀ ਸੰਕਾਸ। ਤੇ ਮਹਾਰਾਜ ਜਦੋਂ ਇਸ ਗੱਲ ਦਾ ਚੰਦੂ ਨੂੰ ਪਤਾ ਲੱਗਾ ਬ੍ਰਾਹਮਣ ਦੇ ਰਾਹੀਂ ਕਿ ਗੁਰੂ ਘਰ ਨਾਲ ਰਿਸ਼ਤਾ ਜੁੜ ਰਿਹਾ, ਮਹਾਰਾਜ ਉਹਨੇ ਹੰਕਾਰ ਵਿੱਚ ਆਪਣੇ ਆਪ ਨੂੰ ਚੁਬਾਰਾ ਤੇ ਗੁਰੂ ਘਰ ਨੂੰ ਮੋਹਰੀ ਲਿਖੇ ਆਖਿਆ। ਹਾਂਜੀ, ਬਿਨ ਸ਼ਬਦਾ ਤੇ ਮੂਰਖ ਬੋਲਿਓ, ਇਤਿਆਦਿਕ ਨਿੰਦਾ ਕਰ ਰਾਸ। ਬਿਨਾਂ ਸ਼ਰਧਾ ਤੋਂ ਮੂਰਖ ਨੇ ਗੁਰੂ ਘਰ ਦੇ ਵਾਸਤੇ ਮਾੜੀਆਂ ਗੱਲਾਂ ਕਹੀਆਂ ਸੱਚੇ ਪਾਤਸ਼ਾਹ। ਹਾਂਜੀ, ਹਮਕੋ ਨਹਿ ਸੁਖ ਦਾਏ ਤਿਸ ਕਹਿਬੋ, ਬਸ ਨਹਿ ਚਲਿਓ ਸੋ ਲਿਖਿਓ ਬਿਰਤੰਤ। ਹਮਕੋ ਨਹਿ ਸਿਖਾਏ ਤਿਸ ਕਹਿਬੋ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਅਸੀਂ ਕੰਨਾਂ ਨਾਲ ਸੁਣਿਆ, ਅਸੀਂ ਉਹਦੇ ਮੁਲਾਜ਼ਮ ਕੁਝ ਕਰ ਨਹੀਂ ਸਕੇ, ਪਰ ਸੱਚੇ ਪਾਤਸ਼ਾਹ ਸਾਡਾ ਵਸ ਨਹੀਂ ਕੋਈ ਚੱਲਿਆ, ਪਰ ਸਾਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ ਹੈਗਾ। ਦਿੱਲੀ ਦੀ ਸੰਗਤ ਕਹਿ ਰਹੀ ਹੈ ਮਹਾਰਾਜ ਸਾਨੂੰ ਇਹ ਰਿਸ਼ਤਾ ਪ੍ਰਵਾਨ ਨਹੀਂ ਹੈਗਾ। ਹਾਂਜੀ, ਸੁਤਾ ਸੋ ਸਾਕਤ ਕੀ ਤੁਮ ਲੀਜੋ, ਇਹ ਸੰਗਤ ਕੋ ਆਹ ਮਤੰਤ। ਗੱਜ ਕੇ ਆਖੋ ਵਾਹਿਗੁਰੂ। ਸੁਤਾ ਨਾ ਸਾਕਤ ਕੀ ਤੁਮ ਲੀਜੋ। ਮਹਾਰਾਜ ਇਸ ਦੁਸ਼ਟ ਦੀ ਧੀ ਦਾ ਰਿਸ਼ਤਾ ਨਾ ਲਿਓ ਮਹਾਰਾਜ। ਤੇ ਸੰਗਤ ਨੇ ਪਤਾ ਕੀ ਲਿਖਿਆ? ਇਹ ਸੰਗਤ ਕੋ ਅਹਿ ਮਤੰਤ। ਮਹਾਰਾਜ ਇਹ ਸੰਗਤ ਦਾ ਫੈਸਲਾ, ਸਾਰੀ ਸੰਗਤ ਦਾ। ਹਾਂਜੀ, ਪਠਿਓ ਦੂਤ ਤੂਰਨ ਚਲ ਪਹੁੰਚੋ, ਹੋ ਜਬ ਲੋ ਵਿਪਰ ਨਾ ਤਿਲਕ ਕਡੰਤ। ਤੇ ਸੰਗਤ ਨੇ ਕਿਹਾ, ਉਹ ਇੱਕ ਦੂਤ ਨੂੰ ਸੱਦਿਆ, ਕਹਿਣ ਲੱਗੇ ਜਾ ਛੇਤੀ ਜਾ, ਚਿੱਠੀ ਗੁਰੂ ਅਰਜਨ ਦੇਵ ਜੀ ਨੂੰ ਦੇ ਕੇ ਆ। ਇਹ ਨਾ ਹੋਵੇ ਤੇਰੀ ਤੂੰ ਲੇਟ ਪਹੁੰਚੇ, ਦੇਰੀ ਨਾਲ ਪਹੁੰਚੇ, ਉੱਥੇ ਬ੍ਰਾਹਮਣ ਸਾਰੇ ਸਗਨ ਵਿਹਾਰ ਕਰ ਦੇਵੇ। ਸਗਨ ਵਿਹਾਰ ਕਰਨ ਤੋਂ ਪਹਿਲਾਂ ਤੂੰ ਉੱਥੇ ਪਹੁੰਚ ਜਾ। ਹਾਂਜੀ, ਤਬ ਲੋ ਸੁਨਦੇ ਹੋ ਸ਼੍ਰੀ ਸਤ ਗੁਰ ਕੋ, ਜਥਾ ਦੁਸ਼ਟ ਜਾਣਹਿ ਭਗਵੰਤ। ਮਹਾਰਾਜ ਸੱਚੇ ਪਾਤਸ਼ਾਹ ਸੁਣ ਲੈਣ ਸਾਰੀ ਗੱਲ, ਪੜ੍ਹ ਲੈਣ ਸਾਰੀ ਗੱਲ। ਇਸ ਦੁਸ਼ਟ ਦੇ ਇਰਾਦੇ ਸਤਿਗੁਰੂ ਪੜ੍ਹ ਲੈਣ, ਤੂੰ ਛੇਤੀ ਦੇ ਨਾਲ ਜਾ। ਹਾਂਜੀ, ਪਠੇ ਦੀਵਾਨ ਵਿਪਰ ਅਰ ਨਾਉ, ਭਈ ਸ਼ੀਂਕ ਚਲਤੇ ਅਗਵਾਏ। ਗੱਜ ਕੇ ਆਖੋ ਵਾਹਿਗੁਰੂ। ਹੁਣ ਬ੍ਰਾਹਮਣ ਇਹ ਗੱਲਾਂ ਬੜੀਆਂ ਮੰਨਦੇ ਆ ਜੀ, ਗੁਰੂ ਕੇ ਸਿੱਖ ਤੇ ਨਹੀਂ ਮੰਨਦੇ। ਉਹ ਜਦੋਂ ਚੰਦੂ ਨੇ ਤੋਰਿਆ ਨਾ ਜੀ ਬ੍ਰਾਹਮਣ ਨੂੰ, ਤੇ ਨਾਲ ਨਾਈ ਗਿਆ ਜੀ ਲਾਗ ਲੈ ਕੇ,
ਤੇ ਉਹ ਤੁਰਨ ਲੱਗੇ ਤੇ ਕਿਸੇ ਨੇ ਛਿੱਕ ਮਾਰ ਦਿੱਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਇਹਨਾਂ ਗੱਲਾਂ ਨੂੰ ਬੜਾ ਮੰਨਦੇ ਆ ਜੀ। ਬ੍ਰਾਹਮਣ ਉਦੋਂ ਹੀ ਕਹੇ ਵੀ ਇਹ ਤੇ ਅਪਸ਼ਗੁਨ ਹੋ ਗਿਆ। ਹਾਂਜੀ। ਬਾਮ ਅੰਗ ਫਰਕਤ ਦਿਜ ਜਾਣੇ ਹੋਏ ਬਿਗਨ ਕੋ ਲਖਿਓ ਨਾ ਜਾਏ। ਉਹ ਕਹਿਣ ਲੱਗਾ ਮੇਰੇ ਸਰੀਰ ਦੇ ਕਹਿਣ ਲੱਗਾ ਅੰਗ ਜਿਹੜੇ ਆ ਫੜਕ ਰਹੇ ਆ। ਗੱਜ ਕੇ ਆਖੋ ਵਾਹਿਗੁਰੂ। ਖੱਬੇ ਅੰਗ ਫੜਕ ਰਹੇ ਆ, ਕੋਈ ਵਿਘਨ ਹੀ ਨਾ ਪੈ ਜੇ ਕਹਿਣ ਲੱਗਾ। ਹਾਂਜੀ। ਬਿਨ ਉਤਸ਼ਾਹ ਗਵਨ ਕੋ ਠਾਨਤ ਨਹੀਂ ਨੀਕ ਤਾਕਿਤ ਲਖ ਪਾਏ। ਉਹ ਬ੍ਰਾਹਮਣ ਨਾ ਢਹਿ ਜੇ ਮਨ ਨਾਲ ਗਿਆ ਜੀ। ਮੈਂ ਉਦੋਂ ਵੀ ਬੇਨਤੀ ਕੀਤੀ, ਨੈਗੇਟਿਵਿਟੀ ਤੇ ਪੋਜ਼ਿਟਿਵਿਟੀ ਦਾ ਬੜਾ ਹੀ ਅਸਰ ਪੈਂਦਾ ਹੈ ਜੀ। ਹਾਂਜੀ। ਜਦੋਂ ਪਹਿਲਾਂ ਹੀ ਨਾਵਾਦੀ ਦੀਆਂ ਗੱਲਾਂ ਕਰ ਲੈਣੀਆਂ ਤੇ ਫਿਰ ਨਾਵਾਦੀ ਹੋਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਆ ਬਾਬੇ ਸਾਡੇ ਇਹਨਾਂ ਨੂੰ ਬੜੀ ਵਾਰੀ ਸਮਝਾਇਆ ਜੀ। ਜਦੋਂ ਕਿਤੇ ਤੁਰਨ ਲੱਗੋ ਜੀ, ਇਹ ਪਹਿਲਾਂ ਜਦੋਂ ਨਵੇਂ ਆਏ ਨਾ ਜੀ, ਇਹਨਾਂ ਨੇ ਨਾਵਾਦੀ ਗੱਲ ਕਰ ਦੇਣੀ ਜੀ। ਨਾਵਾਦੀ ਗੱਲ ਨਹੀਂ ਜੀ, ਨਹੀਂ ਹੁਣ ਤੇ ਦੁਕਾਨ ਬੰਦ ਹੋ ਗਈ ਹੋਏਗੀ ਜੀ। ਉਹ ਫਿਰ ਦੁਕਾਨ ਬੰਦ ਹੀ ਮਿਲਣੀ ਸੀ ਇੱਕ ਜੀ। ਕੱਜ ਕੇ ਆਖੋ ਬੰਦਾ ਗੱਲ ਚੜ੍ਹਦੀ ਕਲਾ ਵਾਲੀ ਕਰੇ ਜੀ। ਹਾਂਜੀ। ਚੜ੍ਹਦੀ ਕਲਾ ਵਾਲੀ ਗੱਲ ਕਰੇ, ਚੜ੍ਹਦੀ ਕਲਾ ਹੀ ਅੱਗੇ ਹੁੰਦੀ ਹੈ ਜੀ। ਢੇਂਦੀ ਦੀਆਂ ਗੱਲਾਂ ਕਰੀ ਜਾਣੀਆਂ। ਨਿਹੰਗ ਸਿੰਘ ਢੇਂਦੀ ਕਲਾ ਵਾਲੀਆਂ ਗੱਲਾਂ ਕਰਨ ਵਾਲਿਆਂ ਨੂੰ ਕੱਚਾ ਪਿੱਲਾ ਕਹਿੰਦੇ ਜੇ। ਉਹ ਕਹਿੰਦੇ ਕੱਚਾ ਪਿੱਲਾ ਹੈਗਾ, ਨੇੜੇ ਨਾ ਲੱਗੇ ਸਾਡੇ। ਹੁਣ ਠੀਕ ਨੇ ਜੀ। ਹਾਂਜੀ। ਹੌਲੀ ਹੌਲੀ ਬੰਦਾ ਸਮਝ ਜਾਂਦਾ ਜੀ ਨਾਲ ਰਹਿ ਕੇ। ਉਹ ਵਿਚਾਰਾ ਬ੍ਰਾਹਮਣ ਪਹਿਲਾਂ ਹੀ ਸੋਚਾਂ 'ਚ ਪੈ ਗਿਆ ਵੀ ਇਹ ਕੀ ਬਣ ਗਿਆ। ਹਾਂਜੀ। ਰਾਮਦਾਸਪੁਰ ਆਏ ਪਰਵੇਸ਼ੇ ਸੁਧ ਸਤਿਗੁਰ ਕੋ ਦੀਨ ਸੁਨਾਏ। ਗੱਜ ਕੇ ਆਖੋ ਵਾਹਿਗੁਰੂ। 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 ਸਾਧ ਸੰਗਤ ਜੀ ਫਿਰ ਉਹ ਬ੍ਰਾਹਮਣ ਤੇ ਨਾਈ ਚਲਦਿਆਂ ਅੰਮ੍ਰਿਤਸਰ ਆ ਗਏ ਜੀ। ਹਾਂਜੀ। ਜਬ ਤੇ ਪ੍ਰਥਮ ਆਨ ਸੁਧ ਦੀਨਸ ਤਬ ਤੇ ਸ਼੍ਰੀ ਗੰਗਾ ਸੁਖ ਮਾਨ। ਪਹਿਲਾਂ ਹੀ ਖਬਰ ਪਹੁੰਚਾ ਦਿੱਤੀ ਵੀ ਅਸੀਂ ਆ ਗਏ ਆ ਤੇ ਸਗਨ ਲੈ ਕੇ ਆਏ ਆ। ਮਾਤਾ ਗੰਗਾ ਜੀ ਨੂੰ ਪਤਾ ਲੱਗਾ ਜੀ। ਹੁਣ ਉਹ ਮਾਂ ਹੈ ਜੀ, ਉਹਨਾਂ ਨੂੰ ਚਾਅ ਚੜ ਗਿਆ ਜੀ। ਵਿਚਲੀ ਗੱਲ ਦਾ ਨਹੀਂ ਨਾ ਪਤਾ ਜੀ। ਹਾਂਜੀ। ਨਿਤ ਪ੍ਰਤ ਪੋਸ਼ਿਸ਼ ਬਰਨ ਕੀ ਸੁਤ ਕੋ ਪਹਿਰਾ ਵਹਿ ਰੁਚ ਠਾਨਾ। ਉਹ ਉਦਣ ਤੋਂ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਨਵੇਂ ਇਹਦੇ ਕੱਪੜੇ ਪਵਾਇਆ ਕਰਨ ਜੀ। ਵਧੀਆ ਕੱਪੜੇ ਪਵਾਇਆ ਕਰਨ ਜੀ। ਹਾਂਜੀ। ਮੁਕਤਾ ਮਾਲ ਵਿਸਾਲ ਗਰੇ ਮਹਿ ਕੰਚਨ ਜਰੇ ਜਵਾਹਰ। ਮੋਤੀਆਂ ਦੀਆਂ ਮਾਲਾਵਾਂ ਗਲ 'ਚ ਪਾਉਣੀਆਂ, ਸੋਹਣੇ ਬੇਪੂਖਨ ਪਾਉਣੇ ਮਾਤਾ ਜੀ ਨੇ, ਗਹਿਣੇ ਪਾਉਣੇ ਜੀ ਕੰਚਨ ਦੇ। ਹਾਂਜੀ। ਅੰਗਦ ਮਹਿ ਹੀਰੇ ਬਹੁ ਮੋਲੇ ਨਵਰਤਨ ਨਿਦਮ ਕਤ ਦੁੱਤ ਖਾਨ। ਰੱਜ ਕੇ ਆਖੋ ਤੇ ਬੜੇ ਕੀਮਤੀ ਗਹਿਣੇ ਜਿਹੜੇ ਆ ਉਹ ਮਾਤਾ ਜੀ ਪਾ ਕੇ ਰੱਖਦੇ ਵੀ ਮੇਰੇ ਪੁੱਤਰ ਜੀ ਹੋਰ ਸੋਹਣੇ ਲੱਗਣ ਜੀ। ਹਾਂਜੀ। ਛਾਪ ਸ਼ਲਾਇਨ ਕੰਚਨ ਕੇ ਬਹੁ ਖਚੇ ਰਤਨ ਸੁੰਦਰ ਕਰ ਮਾਹੇ। ਤੇ ਬਹੁਤ ਸੋਹਣੇ ਹੱਥਾਂ ਦੇ ਵਿੱਚ ਕੜੇ ਪਾਉਣੇ, ਛਾਪਾਂ ਪਾਉਣੀਆਂ। ਉਸ ਸਮੇਂ ਚੱਲਦਾ ਸੀਗਾ ਜੀ ਇਹ ਸਾਰਾ ਕੁਝ ਜੀ। ਹਾਂਜੀ। ਚੰਦੂ ਸੁਤਾ ਸੰਬੰਧ ਪ੍ਰਤੀਖਤ ਕਬ ਆਵੈ ਦਿਜ ਪਰ ਇਸ ਥਾਂ। ਤੇ ਮਾਤਾ ਜੀ ਉਡੀਕਦੇ ਆ ਵੀ ਕਦੋਂ ਆਵੇ ਉਹ ਸਗਨ ਜਿਹੜਾ ਲਿਆਂਦਾ, ਸਗਨ ਲੱਗੇ ਤੇ ਮੈਂ ਵੀ ਖੁਸ਼ੀਆਂ ਮਨਾਵਾਂ। ਹਾਂਜੀ। ਤਿਸ ਦਿਨ ਪਰਬ ਲਿਹਾਰ ਸਖੀਰੀ ਜਬ ਮੇਰੋ ਸੁਤ ਤਿਲਕ ਕਢਾਏ। ਤੇ ਮਾਤਾ ਜੀ ਲਾਲ ਦੀਆਂ ਬੀਬੀਆਂ ਨੂੰ ਕਹਿਣ ਲੱਗੇ ਵੀ ਜਦੋਂ ਮੇਰੇ ਪੁੱਤਰ ਨੂੰ ਲੱਗਣਾ ਨਾ ਸਗਨ, ਮੈਂ ਤੇ ਉਸ ਦਿਨ ਤੋਂ ਬਲਿਹਾਰ ਹੀ ਜਾਣਾ ਕਹਿਣ ਲੱਗੇ। ਮਾਤਾ ਗੰਗਾ ਜੀ ਦਾ ਵੈਸੇ ਹੀ 6ਵੇਂ ਪਾਤਸ਼ਾਹ ਨਾਲ ਬੜਾ ਪਿਆਰ ਹੈ ਜੀ। ਹਾਂਜੀ। ਉਤਸਵ ਰਚੈ ਅਨੇਕ ਬਿਦਨ ਕੇ ਢੋਲਕ ਬਜਹਿ ਨਾਗਰੀ ਗਾਏ। ਕਹਿੰਦੇ ਅਸੀਂ ਬੜਾ ਕੀਰਤਨ ਕਰਾਂਗੇ, ਢੋਲਕ ਵੱਜੇਗੀ, ਉਤਸਵ ਕਰਾਂਗੇ ਆਪਾਂ। ਹਾਂਜੀ। ਜਗ ਗੁਰ ਬਖਸ਼ਿਸ਼ ਦੀਨਨ ਕਰ ਹੈ ਮਚਹਿ ਕੁਲਾਹਨ ਨਰ ਸਮੁਦਾਇ। ਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਜਗਤ ਗੁਰੂ ਹੋਰ ਬਖਸ਼ਿਸ਼ਾਂ ਕਰਨਗੇ, ਹੋਰ ਖੁਸ਼ੀਆਂ ਵਾਲਾ ਸਮਾਂ ਬਣੇਗਾ। ਇਹ ਮਾਤਾ ਗੰਗਾ ਜੀ ਬੀਬੀਆਂ ਨੂੰ ਕਹਿੰਦੇ ਆ। ਹਾਂਜੀ। ਦੋਹਰਾ ਆਜ ਕਾਲ ਤਿਜ ਆਏ ਹੈ ਉਤਸਵ ਰਚਹਿ ਵਿਸਾਲ। ਤੇ ਰੋਜ਼ ਹੀ ਮਾਤਾ ਜੀ ਕਹਿਣ ਵੀ ਅੱਜ ਕੱਲ 'ਚ ਆ ਜਾਣਾ ਉਹਨਾਂ ਨੇ ਸਗਨ ਲੈ ਕੇ, ਤੇ ਜਦੋਂ ਸਗਨ ਲਾਉਣਾ ਬੜੀ ਖੁਸ਼ੀ ਹੋਏਗੀ ਸਾਨੂੰ।
ਹਾਂਜੀ। ਇਮ ਸਖੀਅਨ ਮਹਿ ਬੈਠ ਕਰ ਗੰਗਾ ਚਹੈ ਉਤਾਲ। ਤੇ ਇਹ ਸਖੀਆਂ ਵਿੱਚ ਬੀਬੀਆਂ ਵਿੱਚ ਬੈਠ ਕੇ ਮਾਤਾ ਗੰਗਾ ਜੀ ਐਸੇ ਬਚਨ ਕਰਦੇ ਹੀ ਰਹਿੰਦੇ ਜੀ। ਹਾਂਜੀ। ਸਵਈਆ ਛੰਦ ਦਿਜ ਦਿੱਲੀ ਤੇ ਆਏ ਸੁਦਾਸੁਰ ਸ਼੍ਰੀ ਅਰਜਨ ਸੁਨ ਕਹਿ ਕਹਿ ਦੀਨਾ। ਤੇ ਕਰਦਿਆਂ ਕਰਦਿਆਂ ਬ੍ਰਾਹਮਣ ਦਿੱਲੀ ਤੋਂ ਆ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਗਿਆ, ਮਹਾਰਾਜ ਉਹ ਆ ਗਏ ਆ ਸਗਨ ਲੈ ਕੇ। ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੋਂ ਇਸ ਤਰ੍ਹਾਂ ਆਖਿਆ, ਗਮਨ ਹੋ ਦਾਸ ਜਥੋ ਚਿਤ ਸੇਵਾ ਕਰਹੁ ਭਲੋ ਜੈਸੇ ਚਿਤ ਚੀਨ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਉਹਨਾਂ ਨੂੰ ਕਹੋ ਰੁਕ ਜਾਓ, ਉਸੇ ਵੇਲੇ ਨਹੀਂ ਕੰਮ ਕਰਨਾ। ਗੱਜ ਕੇ ਆਖੋ ਵਾਹਿਗੁਰੂ। ਅਸਲ 'ਚ ਮਹਾਰਾਜ ਨੂੰ ਪਤਾ ਨਾ ਸਾਰੀ ਗੱਲ ਦਾ, ਵੀ ਦਿੱਲੀੋਂ ਵੀ ਚਿੱਠੀ ਆ ਰਹੀ ਹੈ, ਚਿੱਠੀ ਵੀ ਆ ਰਹੀ ਹੈ, ਹੋਰ ਕਿਸੇ ਨੂੰ ਪਤਾ ਨਹੀਂ। ਗੁਰੂ ਜੀ ਘਟ ਘਟ ਕੇ ਅੰਤਰ ਕੀ ਜਾਣਤ। ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਉਹਨਾਂ ਨੂੰ ਕਹੋ ਕੁਝ ਦਿਨ ਰੁਕੋ, ਪ੍ਰਸ਼ਾਦਾ ਪਾਣੀ ਛਕਣ, ਰਹਿਣ ਇੱਥੇ, ਉਹਨਾਂ ਦੀ ਸੇਵਾ ਕਰੋ। ਮਹਾਰਾਜ ਕਹਿਣ ਲੱਗੇ ਹਾਂਜੀ। ਮੋਦਕ ਆਦਿਕ ਦੇਹੋ ਪਕਵਾਨਾ ਸੂਖਮ ਚਾਵਰ ਕ੍ਰਿਤ ਮਲ ਹੀਨਾ। ਲੱਡੂ ਪੂੜੀਆਂ ਪਕਵਾਨ ਸਾਰਾ ਕੁਝ ਛਕਾਇਆ ਕਰੋ। ਕਹਿਣ ਲੱਗੇ ਉਹਨਾਂ ਨੂੰ ਚੌਲ ਬਣਾ ਕੇ ਛਕਾਓ। ਮਹਾਰਾਜ ਕਹਿਣ ਲੱਗੇ ਵਿੱਚ ਘਿਓ ਪਾਓ ਵਧੀਆ ਵਧੀਆ। ਹਾਂਜੀ। ਰੁਚਿਰ ਪਰਯੰਕ ਦਏ ਪਹੁੰਚਾਈ ਆਸ ਤਰਨ ਸੋ ਸਾਧਨ ਕੀਨਾ। ਮਹਾਰਾਜ ਕਹਿਣ ਲੱਗੇ ਸੋਹਣੇ ਪਲੰਗੇ ਪਹੁੰਚਾ ਦਿਓ, ਸੋਹਣੇ ਬਿਸਤਰੇ ਲਾ ਦਿਓ, ਕਿਸੇ ਗੱਲ ਦੀ ਕਮੀ ਨਾ ਹੋਵੇ ਉਹਨਾਂ ਨੂੰ। ਹਾਂਜੀ। ਦੋਹਰਾ ਖਰੇ ਕਰੇ ਟਿਕਦਾ ਸਗਨ। ਤੇ ਇਸ ਤਰੀਕੇ ਨਾਲ ਉਹਨਾਂ ਦੀ ਸੇਵਾ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸੇਵਕ ਲਾ ਦਿੱਤੇ ਜੀ। ਹਾਂਜੀ। ਸੇਵਾ ਸਰਬ ਪ੍ਰਕਾਰ ਹਰ ਤਰ੍ਹਾਂ ਦੀ ਸੇਵਾ ਕਰੋ ਉਹਨਾਂ ਦੀ। ਹਾਂਜੀ। ਕਰਵਾਈ ਸ਼੍ਰੀ ਸਤਿਗੁਰੂ ਲੱਖ ਲੋਕ ਇੱਕ ਵਿਵਹਾਰ। ਕਿਉਂ ਇਹ ਮਹਾਰਾਜ ਨੂੰ ਤੇ ਪਤਾ ਹੈਗਾ ਜੀ ਵੀ ਗੱਲ ਸਿਰੇ ਨਹੀਂ ਚੜਨੀ ਹੈ, ਪਰ ਜਗਤ ਦੀ ਮਰਿਆਦਾ ਗੁਰੂ ਸਾਹਿਬ ਮੁੱਖ ਰੱਖ ਰਹੇ ਹੈ। ਗੱਜ ਕੇ ਆਖੋ ਵਾਹਿਗੁਰੂ। ਲੱਖ ਲੌਕਿਕ ਵਿਵਹਾਰ, ਸਾਰੀ ਮਰਿਆਦਾ ਮਹਾਰਾਜ ਨੇ ਜਗਤ ਦੀ ਮਰਿਆਦਾ ਦੇ ਅਨੁਸਾਰ ਪੂਰੀ ਕਰਾਈ ਜੀ। ਕਿਉਂ ਗੁਰੂ ਸਾਹਿਬ ਮਰਿਆਦਾ ਧਾਰੀ ਵੀ ਨੇ ਨਾ ਜੀ, ਫਿਰ ਸਾਰੀ ਮਰਿਆਦਾ ਸਤਿਗੁਰਾਂ ਨੇ ਪੂਰੀ ਕਰਾਈ। ਇਹਦੇ ਤੋਂ ਅੱਗੇ ਹੁਣ ਉਧਰੋਂ ਸਿੱਖ ਪਹੁੰਚ ਜਾਣਾ ਜੀ, ਉਧਰੋਂ ਇਹ ਆ ਜਾਣਾ ਜੀ। ਹੁਣ ਉਹ ਸਗਨ ਲੈ ਕੇ ਆਏ ਆ ਜੀ। ਹਾਂਜੀ। ਪਰ ਮਾਣ ਕਰਿਓ ਆਪਣੇ ਤੇ ਤੁਸੀਂ ਸਾਰੇ। ਬੜੀ ਵੱਡੀ ਗੱਲ ਹੈ ਜੀ। ਪੁੱਤ ਦਾ ਸਗਨ ਆਉਣਾ ਤੇ ਗੁਰੂ ਦੀ ਸੰਗਤ ਨੇ ਆਖਣਾ ਵੀ ਮੋੜ ਦਿਓ, ਤੇ ਗੁਰੂ ਸਾਹਿਬ ਨੇ ਮੋੜ ਦੇਣਾ ਜੀ। ਇਹਦਾ ਮਤਲਬ ਹੈ ਸਗਨਾਂ ਤੋਂ ਕਿਤੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਸੰਗਤਾਂ ਨੇ। ਕੀ ਨੇ? ਸੰਗਤਾਂ ਨੇ ਸੱਚੇ ਪਾਤਸ਼ਾਹ ਜੀ ਵਾਸਤੇ ਜੀ। ਸੋ ਇਹਦੇ ਤੋਂ ਅੱਗੇ ਜਿਹੜਾ ਪ੍ਰਸੰਗ ਹੈ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਿਹਰਾਂ ਕਰਨ, ਕਿਰਪਾ ਕਰਨ, ਬਖਸ਼ਿਸ਼ਾਂ ਕਰਨ। ਮਹਾਰਾਜ ਸਾਨੂੰ ਹੋਰ ਬਲ ਬਖਸ਼ਣ ਸੇਵਾ ਸਿਮਰਨ ਕਰਨ ਦਾ। ਅੱਜ ਸੰਗਤਾਂ ਨੇ ਬੜੇ ਪ੍ਰੇਮ ਨਾਲ ਗੁਰੂ ਘਰ 'ਚ ਸੇਵਾ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਗਰੀਬ ਨਵਾਜ ਸੱਚੇ ਪਾਤਸ਼ਾਹ ਮਿਹਰਾਂ ਕਰਨ। ਪਿਆਰ ਦੇ ਨਾਲ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕੀ ਫਤਿਹ। ਉਂਝ ਬਾਹਰੀ ਤੌਰ